ਕੀ ਜਿਹੜੀ ਆ ਰਹੀ ਪੰਜਾਬ ਵਿਧਾਨ ਸਭਾ ਦੀ ਚੋਣ ਹੈ, ਇਸ ਵਿਧਾਨ ਸਭਾ ਦੀ ਚੋਣ ਦੇ ਵਿੱਚ ਕਿਸਾਨ ਜਥੇਬੰਦੀਆਂ ਦਾ ਅੰਦੋਲਨ ਪ੍ਰਭਾਵਿਤ ਕਰੇਗਾ ਇਸ ਰਾਜਨੀਤੀ ਨੂੰ। ਇਸ ਕਿਸਮ ਦਾ ਇਹ ਮਤਲਬ ਪੰਜਾਬ ਤੱਕ ਸੀਮਤ ਨਹੀਂ ਰਿਹਾ, ਇਹ ਮਤਲਬ ਰਾਸ਼ਟਰੀ ਜਾਂ ਅੰਤਰਰਾਸ਼ਟਰੀ ਪੱਧਰ ਤੇ ਵੀ ਰਿਹਾ ਆਪਦਾ। ਤੇ ਇਸ ਵਰਤਾਰੇ ਤੋਂ ਆਉਣ ਵਾਲੀਆਂ ਚਾਹੇ ਪੰਜਾਬ ਦੀਆਂ ਅਸੈਂਬਲੀ ਚੋਣਾਂ ਨੇ 22 ਦੀਆਂ ਜਾਂ 24 ਦੀਆਂ ਲੋਕ ਸਭਾ ਚੋਣਾਂ ਨੇ, ਇਸ ਵਰਤਾਰੇ ਦੇ ਪਰਛਾਵੇਂ ਤੋਂ ਪਾਸੇ ਤਾਂ ਰਹਿ ਨਹੀਂ ਸਕਦੀਆਂ। ਇਹ ਸਾਡੀ ਸਿਆਸਤ ਸਾਰੀ ਜਿਹੜੀ ਹੈ ਇਹ ਬਾਅਦ ਚ ਆਉਂਦੀ ਹੈ। ਪੰਜਾਬ ਦੀ ਕਿਸਾਨੀ ਤੇ ਪੰਜਾਬ ਦਾ ਜਿਹੜਾ ਗਰੀਬ ਕਿਸਾਨ ਮਜ਼ਦੂਰ ਹੈ ਉਹ ਪਾਰਟੀਆਂ ਤੋਂ ਉੱਪਰ ਆ, ਉਹ ਪਹਿਲਾਂ ਹੈ। ਜੇ ਕਿਸਾਨੀ ਇੱਥੋਂ ਪ੍ਰਭਾਵਿਤ ਹੁੰਦੀ ਹੈ, ਖਤਮ ਹੁੰਦੀ ਹੈ, ਕਾਲੇ ਕਾਨੂੰਨ ਦੇ ਲਾਗੂ ਰਹਿੰਦੇ ਹੈ ਜਾਂ ਹੁੰਦੇ ਹੈ, ਤਾਂ ਉਹਦੇ 'ਚ ਪੰਜਾਬ ਨੂੰ ਬਹੁਤ ਵੱਡਾ ਨੁਕਸਾਨ ਹੋਣ ਵਾਲਾ ਹੈ। ਇਹ ਹੁਣ ਕਈ ਜਥੇਬੰਦੀਆਂ ਦਾ ਇਹ ਨਿਰਸ ਹੈ ਕਿ ਫਾਸ਼ੀਵਾਦੀ ਆ, ਇਹਦੇ ਵਿਰੁੱਧ ਤੁਸੀਂ ਮਤਲਬ ਇੱਕ ਨਾਰਾ ਤਾਂ ਜ਼ਰੂਰ ਦੇਣਾ ਚਾਹੀਦਾ ਵੀ ਬੀਜੇਪੀ ਨੂੰ ਹਰਾਓ। ਕਿਸਾਨ ਮਰ ਜੂਗਾ, ਕਿਸਾਨ ਸਾਰੇ ਮੁਲਕ ਦਾ ਖਤਮ ਹੋ ਜੂਗਾ। ਔਰ ਇਹ ਜਿਹੜੀ ਅਥਾਰਟੇਰੀਅਨ ਸਰਕਾਰ ਹੈ ਇਹਨੂੰ ਆਪਦੇ ਗੋਡਿਆਂ ਪਰ ਨੇ ਲਿਆ ਕੇ ਇਹਨਾਂ ਤੋਂ ਇਹ ਕਾਲੇ ਕਾਨੂੰਨ ਵਾਪਸ ਕਰਾਉਣੇ ਪੈਣੇ ਆ। ਸਾਰੇ ਦੇਸ਼ ਦੇ ਕਿਸਾਨਾਂ ਦੀ ਗੱਲ ਕਰੀਏ ਤੇ ਆਮ ਲੋਕਾਂ ਦੀ ਗੱਲ ਕਰੀਏ, ਉਹਨਾਂ ਦਾ ਸੌਫਟ ਕਾਰਨਰ, ਉਹਨਾਂ ਦੀ ਸਿੰਪਥੀ, ਉਹਨਾਂ ਦੀ ਹਾਂ ਪੱਕੀ ਰਾਏ ਇਸ ਅੰਦੋਲਨ ਦੇ ਨਾਲ ਹੈ। ਮੈਂ ਨਹੀਂ ਕਹਿੰਦਾ ਵੀ ਕਾਂਗਰਸ ਪਾਰਟੀ ਦਾ ਪ੍ਰਵਕਤਾ ਕਾਂਗਰਸ ਨੂੰ ਵੋਟ ਪਾਓ ਜਾਂ ਅਕਾਲੀਆਂ ਨੂੰ ਨਾ ਪਾਓ, ਜਾਂ ਹਾਂ ਭਾਜਪਾ ਨੂੰ ਨਹੀਂ ਪਾਉਣੀ ਵੋਟ, ਇਹ ਪੱਕੀ ਗੱਲ ਹੈ। ਸ਼੍ਰੋਮਣੀ ਅਕਾਲੀ ਦਲ ਨੇ ਆਪਣੀਆਂ ਲੱਖ ਕੋਸ਼ਿਸ਼ਾਂ ਤੋਂ ਬਾਅਦ ਜੇ ਪਤਾ ਲੱਗਿਆ ਕਿ ਸਾਡੀ ਭਾਈਵਾਲ ਪਾਰਟੀ ਨਹੀਂ ਮੰਨਣ ਨੂੰ ਤਿਆਰ, ਉਹ ਕਾਨੂੰਨ ਲੈ ਕੇ ਹੀ ਆ ਗਈ ਹੈ, ਅਸੀਂ ਉਹਨਾਂ ਨੂੰ ਛੱਡਿਆ। ਉਸ ਵਾਰ ਰੀਅਲਾਈਨਮੈਂਟ ਹੋਈ, ਅਸੀਂ ਬੀਐਸਪੀ ਨਾਲ ਅੱਜ ਸਮਝੌਤਾ ਕੀਤਾ। ਉਹ ਸਾਰਾ ਇਹ ਤਾਂ ਸਾਹਮਣੇ ਨਜ਼ਰ ਹੀ ਆ ਰਿਹਾ ਕਿ ਇਸ ਇਲੈਕਸ਼ਨ ਦੇ ਵਿੱਚ ਰੀਅਲਾਈਨਮੈਂਟ ਹੋਈ ਹੈ, ਇਹਦੇ ਤੇ ਪ੍ਰਭਾਵ ਪੈ ਹੀ ਰਿਹਾ। ਨਜ਼ਰੀਏ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਨੂੰ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ, ਸਵਾਗਤ ਹੈ। ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਮੱਦੇਨਜ਼ਰ ਸਮੁੱਚੀਆਂ ਰਾਜਸੀ ਧਿਰਾਂ ਵੱਲੋਂ ਆਪਣੀਆਂ ਦਾਅਵੇਦਾਰੀਆਂ ਕੀਤੀਆਂ ਜਾ ਰਹੀਆਂ, ਪਰ ਪੰਜਾਬ ਦੀ ਇੱਕ ਅਜਿਹੀ ਧਿਰ ਹੈ ਜਿਹੜੀ ਇਹਨਾਂ ਚੋਣਾਂ 'ਚ ਤਾਂ ਕੋਈ ਦਾਅਵੇਦਾਰੀ ਨਹੀਂ ਕਰ ਰਹੀ, ਪਰ ਪੰਜਾਬ ਦੇ ਸਮੁੱਚੇ ਰਾਜਸੀ ਗਲਿਆਰਿਆਂ ਵਿੱਚ ਇਸ ਧਿਰ ਦੀ ਅੱਜ ਦੀ ਘੜੀ 'ਚ ਸਭ ਤੋਂ ਵਧੇਰੇ ਚਰਚਾ ਹੈ। ਮੇਰੇ ਕਹਿਣ ਤੋਂ ਭਾਵ ਹੈ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਨੇ ਸਮੁੱਚੇ ਦੇਸ਼ ਦੀ ਰਾਜਨੀਤੀ ਨੂੰ ਪ੍ਰਭਾਵਿਤ ਕੀਤਾ ਹੈ। ਇੱਕੋ ਸੁਨੇਹਾ ਪਰ ਕਿਸਾਨ ਜਥੇਬੰਦੀਆਂ ਦਾ ਕਿ ਤਿੰਨੇ ਖੇਤੀ ਕਾਨੂੰਨ ਰੱਦ ਕਰਵਾਏ ਜਾਣ। ਜਦੋਂ ਹੁਣ ਆਪਾਂ ਗੱਲ ਕਰਦੇ ਹਾਂ ਪੰਜਾਬ ਦੀ, ਕਿ ਇਹ ਕਿਸਾਨ ਜਥੇਬੰਦੀਆਂ ਆਪਣੀ ਜਨ ਭੂਮੀ ਦੀ ਜਿਹੜੀ ਰਾਜਨੀਤੀ ਹੈ ਉਸ ਨੂੰ ਵੀ ਕਰਨੀਆਂ ਪ੍ਰਭਾਵਿਤ। ਇਹਨਾਂ ਮੁੱਦਿਆਂ ਤੇ ਮੇਰੇ ਨਾਲ ਪੈਨਲ 'ਚ ਦਿੱਲੀ ਦੇ ਸਿੰਘੂ ਬਾਰਡਰ ਤੋਂ ਜਗਮੋਹਨ ਸਿੰਘ ਉੱਪਲ, ਜਿਹੜੇ ਕਿ ਕਿਸਾਨ ਅੰਦੋਲਨ ਦੀ ਅਗਵਾਈ ਕਰ ਰਹੇ ਆਗੂਆਂ 'ਚੋਂ ਇੱਕ ਨੇ। ਸਾਡੇ ਨਾਲ ਦੂਜੇ ਮਹਿਮਾਨ ਡਾਕਟਰ ਗੁਰਪ੍ਰੀਤ ਸਿੰਘ ਸੰਧੂ, ਹਾਕਮ ਤੇ ਕਾਂਗਰਸ ਪਾਰਟੀ ਦੇ ਬੁਲਾਰੇ ਨੇ। ਸਾਡੇ ਨਾਲ ਤੀਜੇ ਮਹਿਮਾਨ ਰਜਿੰਦਰ ਦੀਪਾ ਜੀ, ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ, ਤਿਆਰੀ ਵਿਧਾਨ ਸਭਾ ਚੋਣ ਜਿਨ੍ਹਾਂ ਦੀ ਦਾਅਵੇਦਾਰੀ। ਇਹਨਾਂ ਮੁੱਦਿਆਂ ਤੇ ਆਉਣ ਲਈ ਮੈਂ ਤੁਹਾਡੇ ਸਾਰਿਆਂ ਵੱਲੋਂ ਆਪਣੇ ਤਿੰਨਾਂ ਮਹਿਮਾਨਾਂ ਨੂੰ ਜੀ ਆਖਦਾ, ਵੈਲਕਮ ਕਰਦਾ। ਥੈਂਕ ਯੂ ਜੀ। ਧੰਨਵਾਦ ਜੀ। ਜੀ ਨੇਤਾ ਜੀ ਉੱਪਲ ਜੀ, ਪਹਿਲਾ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗਿਆ ਹਾਂ। ਜਿੱਦਾਂ ਮੈਂ ਜ਼ਿਕਰ ਕੀਤਾ ਹੈ, ਪੰਜਾਬ ਵਿਧਾਨ ਸਭਾ ਦੀਆਂ ਚੋਣਾਂ 'ਚ ਰਾਜਸੀ ਧਿਰਾਂ ਦੀ ਆਪਣੀ ਆਪਣੀ ਦਾਅਵੇਦਾਰੀ ਹੈ, ਪਰ ਇੱਕ ਸਵਾਲ ਜਿਹੜਾ ਸਮੁੱਚੇ ਪੰਜਾਬ ਦੇ ਅੰਦਰ ਤੇ ਦੇਸ਼ ਦੇ ਅੰਦਰ ਰਿੜਕਿਆ ਜਾ ਰਿਹਾ, ਉਹ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਪੰਜਾਬ ਨਾਲ ਸੰਬੰਧਿਤ ਹੈ ਕਿ ਕੀ ਜਿਹੜੀ ਆ ਰਹੀ ਪੰਜਾਬ ਵਿਧਾਨ ਸਭਾ ਦੀ ਚੋਣ ਹੈ, ਇਸ ਵਿਧਾਨ ਸਭਾ ਦੀ ਚੋਣ ਦੇ ਵਿੱਚ ਕਿਸਾਨ ਜਥੇਬੰਦੀਆਂ ਦਾ ਅੰਦੋਲਨ ਪ੍ਰਭਾਵਿਤ ਕਰੇਗਾ ਇਸ ਰਾਜਨੀਤੀ ਨੂੰ, ਤਾਂ ਕੀ ਦ੍ਰਿਸ਼ਟੀਕੋਣ ਹੋਏਗਾ ਕਿਸਾਨ ਜਥੇਬੰਦੀਆਂ ਦਾ? ਜੀ ਉੱਪਲ ਜੀ। ਦੇਖੋ ਜੀ, ਐਡਾ ਵੱਡਾ ਵਰਤਾਰਾ ਜਿਹੜਾ ਕਿਸਾਨੀ ਸੰਘਰਸ਼ ਦਾ ਹੋਇਆ, 1 ਸਾਲ ਹੋ ਚੱਲਿਆ, ਹੁਣ ਸਾਲ ਤੋਂ ਵੀ ਉੱਪਰ ਹੋ ਗਿਆ ਹੈ, ਤੇ ਇਸ ਕਿਸਮ ਦਾ ਇਹ ਮਤਲਬ ਪੰਜਾਬ ਤੱਕ ਸੀਮਤ ਨਹੀਂ ਰਿਹਾ, ਇਹ ਮਤਲਬ ਰਾਸ਼ਟਰੀ ਜਾਂ ਅੰਤਰਰਾਸ਼ਟਰੀ ਪੱਧਰ ਤੇ ਵੀ ਰਿਹਾ ਆਪਦਾ। ਤੇ ਇਸ ਵਰਤਾਰੇ ਤੋਂ ਆਉਣ ਵਾਲੀਆਂ ਚਾਹੇ ਪੰਜਾਬ ਦੀਆਂ ਅਸੈਂਬਲੀ ਚੋਣਾਂ ਨੇ 22 ਦੀਆਂ ਜਾਂ 24 ਦੀਆਂ ਲੋਕ ਸਭਾ ਚੋਣਾਂ ਨੇ, ਇਸ ਵਰਤਾਰੇ ਦੇ ਪਰਛਾਵੇਂ ਤੋਂ ਪਾਸੇ ਤਾਂ ਰਹਿ ਨਹੀਂ ਸਕਦੀਆਂ। ਬਿਲਕੁਲ ਸਿੱਧਾ ਤੁਸੀਂ ਸਵਾਲ ਕੀਤਾ ਵੀ ਜਥੇਬੰਦੀਆਂ ਦਾ ਕੀ ਰਹੂਗਾ। ਜਥੇਬੰਦੀਆਂ ਦਾ ਦੇਖੋ, ਜਥੇਬੰਦੀਆਂ ਤਾਂ ਇਸ ਇੱਕ ਮੁੱਦੇ ਦੇ ਉੱਤੇ ਤਿੰਨੇ ਕਾਲੇ ਕਾਨੂੰਨ ਰੱਦ ਕਰਾਉਣੇ ਔਰ MSP ਨੂੰ ਲੀਗਲਾਈਜ਼ ਕਰਨਾ, ਪ੍ਰੋਕਿਉਰਮੈਂਟ ਕਰਾਉਣੀ, ਇਸ ਮੁੱਦੇ ਤੇ ਇਕੱਠੀਆਂ ਹੋਈਆਂ ਨੇ। ਹੋਰ ਤਾਂ ਕੋਈ ਸਿਆਸੀ ਮੁੱਦਾ ਅਜੇ ਤੱਕ ਜਥੇਬੰਦੀਆਂ ਸਾਂਝਾ ਹੈ ਨਹੀਂ ਸੀ। ਉਹ ਤਾਂ ਮਤਲਬ ਇੰਨਾ ਐਡਵਾਂਸ ਮਤਲਬ ਭਵਿੱਖ ਬਾਰੇ ਕੁਛ ਡਿਕਲੇਅਰ ਕਰਨਾ ਬਹੁਤ ਅਸੰਭਵ ਹੁੰਦਾ ਹੈ। ਪਰ ਫਿਰ ਵੀ ਇੱਕ ਗੱਲ ਮੈਂ ਬਹੁਤ ਕਲੀਅਰ ਕੱਟ ਕਹਿੰਦਾ ਵੀ ਸਾਡੇ ਵੱਡੀਆਂ ਜਥੇਬੰਦੀਆਂ ਕਈ ਨੇ ਜਿਨ੍ਹਾਂ ਦੇ ਮਤਲਬ ਸੰਵਿਧਾਨਾਂ ਦੇ ਵਿੱਚ ਐਲਾਨਨਾਮਿਆਂ 'ਚ ਲਿਖਿਆ ਹੋਇਆ ਹੈ
ਵੀ ਜੇ ਸਾਡਾ ਕਿਸਾਨ ਯੂਨੀਅਨ ਦਾ ਕੋਈ ਵਰਕਰ ਬਲਾਕ ਪੱਧਰ ਦਾ ਜਾਂ ਬਲਾਕ ਪੱਧਰ ਤੋਂ ਉੱਪਰ ਵਾਲੇ ਉਹਦੇ ਵਾਲਾ ਯਾਨੀ ਜ਼ਿਲ੍ਹੇ ਜਾਂ ਸੂਬੇ ਪੱਧਰ ਦਾ ਚੋਣਾਂ ਦੇ ਵਿੱਚ ਡਾਇਰੈਕਟ ਭਾਗ ਲਊਗਾ ਜਾਂ ਡਾਇਰੈਕਟ ਕਿਸੇ ਕਿਸਮ ਦੀ ਸਪੋਰਟ ਵੀ ਕਿਸੇ ਪੋਲੀਟੀਕਲ ਪਾਰਟੀ ਦੀ ਕਰੂਗਾ ਤਾਂ ਉਹ ਕਿਸਾਨ ਜਥੇਬੰਦੀ ਦੀ ਉਹਦੀ ਮੁੱਢਲੀ ਮੈਂਬਰਸ਼ਿਪ ਤੋਂ ਉਹਨੂੰ ਅਸਤੀਫਾ ਦੇਣਾ ਪਊਗਾ। ਇਸ ਲਈ ਇੱਕ ਵੱਡਾ ਹਿੱਸਾ ਤਾਂ ਇਹੋ ਜਿਹਾ ਹੋਊਗਾ, ਇੱਕ ਵੱਡਾ ਹਿੱਸਾ ਇਹੋ ਜਿਹਾ ਹੋਊਗਾ ਜਿਹੜਾ ਮਤਲਬ ਇਲੈਕਸ਼ਨਾਂ 'ਚ ਪਾਰਟਿਸਿਪੇਟ ਨਹੀਂ ਕਰੂਗਾ, ਪਰ ਇਹ ਜਿਹੜਾ ਸੰਘਰਸ਼ ਹੈ ਛਾਪ ਤੋਂ ਪਾਸੇ ਰਹਿ ਨਹੀਂ ਸਕਦੇ। ਬਾਕੀ ਅੱਗੇ ਜੀ ਜਗਮੋਹਨ ਜੀ, ਮੈਂ ਜਿਸ ਮੁੱਦੇ ਤੇ ਸਵਾਲ ਲਿਆ ਉਹ ਇਹੀ ਆ ਪਾਇਆ, ਬਿਲਕੁਲ ਤੁਹਾਡੀ ਆਪਣੀ ਜਗ੍ਹਾ ਤੇ ਤੁਸੀਂ ਵਾਜਬ ਹੋਵੋਗੇ ਕਿ ਕਿਸਾਨ ਜਥੇਬੰਦੀਆਂ ਦਾ ਸੰਵਿਧਾਨ ਹੈ, ਉਹਦੇ ਮੁਤਾਬਕ ਬਹੁਤ ਸਾਰੀਆਂ ਜਥੇਬੰਦੀਆਂ ਹਿੱਸਾ ਨਹੀਂ ਲੈਣਗੀਆਂ, ਪਰ ਕੁਝ ਜਥੇਬੰਦੀਆਂ ਜਿਹੀਆਂ ਵੀ ਮੇਰੀ ਜਾਣਕਾਰੀ ਮੁਤਾਬਕ। ਜੀ ਜਗਤਾਰ ਸਿੰਘ ਜੀ, ਮੈਂ ਸਿਰਫ ਦੋ ਜਥੇਬੰਦੀਆਂ ਨੇ ਕਹਿ ਰਿਹਾ ਕਿ ਵੱਡੀਆਂ ਜਥੇਬੰਦੀਆਂ ਨੇ ਸਾਈਜ਼ ਔਰ ਬਹੁਤ ਲੰਬੇ ਸਮੇਂ ਤੋਂ ਉਹਨਾਂ ਦੇ ਸੰਘਰਸ਼ਾਂ 'ਚ ਮਤਲਬ ਪਾਰਟੀ ਪੱਖੋਂ ਵੀ ਚੰਗੀਆਂ ਨੇ। BKU ਏਕਤਾ ਅਗਰਾਹਾਂ ਤੇ BKU ਟਕਾਉਂਦਾ, ਜਿਹਦੀ ਇੱਕ BKU ਟਕਾਉਂਦਾ ਦਾ ਮੈਂ ਜਨਰਲ ਸਕੱਤਰ ਹਾਂ ਪੰਜਾਬ ਦਾ। ਸਾਡੀਆਂ ਦੋ ਜਥੇਬੰਦੀਆਂ ਪੋਜੀਸ਼ਨ ਇਹ ਆ ਅਜੇ ਕਿ ਬਾਕੀ ਕਈ ਜਥੇਬੰਦੀਆਂ ਦਾ ਪਾਸਟ ਇਹ ਵੀ ਰਿਹਾ ਵੀ ਉਹ ਟੇਢੇ ਮੇਢੇ ਢੰਗ ਨਾਲ ਕਿਸੇ ਨਾ ਕਿਸੇ ਪਾਰਟੀ ਦੀ ਮਦਦ ਕਰਦੇ ਰਹੇ। ਜੀ ਬਿਲਕੁਲ ਜਗਮੋਹਨ ਜੀ, ਮੈਂ ਇੱਕ ਸਵਾਲ ਅੱਗੇ ਜਾਣ ਤੋਂ ਪਹਿਲਾਂ ਇੱਕ ਹੋਰ ਲੈਣਾ ਚਾਹਾਂਗਾ। ਇਹ ਸਹੀ ਹੈ ਕਿ ਸਿੱਧੇ ਤੌਰ ਤੇ ਚੋਣਾਂ 'ਚ ਹਿੱਸਾ ਲੈਣ ਦੀ ਗੱਲ ਜਦੋਂ ਗੱਲ ਕਰਦੇ ਹਾਂ, ਦੋ ਵੱਡੀਆਂ ਜਥੇਬੰਦੀਆਂ, ਤੁਹਾਡੀ ਜਥੇਬੰਦੀ ਹੈ ਅਗਰਾਹਾਂ, ਉਹਨਾਂ ਦੀ ਜਥੇਬੰਦੀ ਹੈ, ਪਾਰਟਿਸਿਪੇਟ ਨਹੀਂ ਕਰਨੀਆਂ, ਪਰ ਸਵਾਲ ਇਹ ਹੈ ਕਿ ਕਿਸਾਨ ਅੰਦੋਲਨ ਦੇ ਜੋ ਤਿੰਨੇ ਖੇਤੀ ਕਾਨੂੰਨ ਰੱਦ ਕਰਾਉਣ ਦੀ ਗੱਲ ਕਰਦੇ ਹਾਂ ਤਾਂ ਪੰਜਾਬ 'ਚ ਜਦੋਂ ਇਲੈਕਸ਼ਨ ਹੋਣਗੀਆਂ ਤਾਂ ਤਿੰਨੇ ਖੇਤੀ ਕਾਨੂੰਨ ਵੀ ਰਿੜਕੇ ਤਾਂ ਜਾਣਗੇ, ਚਾਹੇ ਕਿਸੇ ਰੂਪ 'ਚ ਰਿੜਕੇ ਜਾਣ। ਉਹਨਾਂ ਮਾਮਲਿਆਂ ਨੂੰ ਲੈ ਕੇ ਫਿਰ ਕਿਸਾਨ ਅੰਦੋਲਨ ਜਿਹੜਾ ਹੈਗਾ ਇਹਨਾਂ ਮੁੱਦਿਆਂ ਤੇ ਪ੍ਰਭਾਵਿਤ ਤਾਂ ਕਰੇਗੇ ਨਾ ਜੀ, ਕਿ ਕਿਹੜੀ ਧਿਰ ਕਿੱਥੇ ਖੜੀ ਹੁੰਦੀ ਹੈ, ਕੌਣ ਕਿੰਨਾ ਕੁ ਕਿਸਾਨਾਂ ਦਾ ਹਤੈਸ਼ੀ ਹੈ, ਇਹ ਸਾਰਾ ਕੁਝ ਤਾਂ ਜਗਮੋਹਨ ਜੀ ਦੇਖਿਆ ਹੀ ਜਾਏਗਾ, ਪਛਾਣਿਆ ਹੀ ਜਾਏਗਾ। ਬਿਲਕੁਲ ਪਛਾਣਿਆ ਜਾਊਗਾ ਜੀ, ਇਹ 'ਚ ਕੋਈ ਰੌਲਾ ਹੀ ਨਹੀਂ। ਇਸ ਕਰਕੇ ਇਹ ਤਾਂ ਸਮੱਸਿਆ ਹੀ ਨਹੀਂ। ਉਹ ਤਾਂ ਅਸੀਂ ਆਪ ਵੀ ਖੁਦ ਵੀ ਇਹ ਕੰਮ ਕੀਤਾ ਹੈ ਕਿ BJP ਦਾ ਜਿਹੜਾ ਐਟੀਟਿਊਡ ਹੈ ਕਿੰਨਾ ਅਥੋਰੀਟੇਰੀਅਨ ਜਾਂ ਈਵਨ ਕਈ ਜਥੇਬੰਦੀਆਂ ਦਾ ਐਨਾਲਿਸਿਸ ਹੈ ਕਿ ਫਾਸ਼ੀਵਾਦੀ ਆ, ਇਹਦੇ ਵਿਰੁੱਧ ਤੁਸੀਂ ਮਤਲਬ ਇੱਕ ਨਾਰਾ ਤਾਂ ਜ਼ਰੂਰ ਹੀ ਦੇਣਾ ਚਾਹੀਦਾ ਵੀ BJP ਨੂੰ ਹਰਾਓ। ਇਸ ਕਰਕੇ ਉਹ ਇੱਕ ਪਾਰਟੀ ਦਾ ਨੂੰ ਤਾਂ ਸੇਕ ਲੱਗਣਾ ਹੀ ਲੱਗਣਾ ਇਸ ਸੰਘਰਸ਼ ਦਾ, ਚਾਹੇ ਸੰਘਰਸ਼ ਜਿੱਤੀਏ ਚਾਹੇ ਹਾਰੀਏ। ਯੈਸ ਬਿਲਕੁਲ ਠੀਕ ਹੈ। ਮੈਂ ਫੇਰ ਆਵਾਂਗੇ ਇਸ ਮੁੱਦੇ ਤੇ। ਡਾਕਟਰ ਸੰਧੂ, ਇਸੇ ਮੁੱਦੇ ਤੇ ਸਵਾਲ, ਜਿੱਦਾਂ ਜਗਮੋਹਨ ਜੀ ਨੇ ਕਿਹਾ ਕਿ ਜਦੋਂ ਤੱਕ ਕਿਸਾਨ ਅੰਦੋਲਨ ਦਾ ਸਵਾਲ ਹੈ ਪੰਜਾਬ ਦਾ ਨਹੀਂ, ਕੌਮੀ ਨਹੀਂ, ਕੌਮਾਂਤਰੀ ਪੱਧਰ ਤੇ ਪ੍ਰਭਾਵਿਤ ਕਰ ਰਿਹਾ, ਕਿਉਂਕਿ ਆਪਾਂ ਗੱਲ ਪੰਜਾਬ ਦੀ ਕਰ ਰਹੇ ਹਾਂ। ਇਸ ਕਰਕੇ ਜਿੱਦਾਂ ਜਗਮੋਹਨ ਜੀ ਨੇ ਵੀ ਕਿਹਾ, ਸਿੱਧਾ ਸਵਾਲ ਹੈ ਕਿ ਕਿਸਾਨ ਅੰਦੋਲਨ ਜਿਹੜੀ ਆ ਰਹੀ ਵਿਧਾਨ ਸਭਾ ਦੀ ਇਲੈਕਸ਼ਨ ਹੈ ਉਹਦੇ 'ਚ ਪੰਜਾਬ ਨੂੰ ਪ੍ਰਭਾਵਿਤ ਕਰੇਗਾ ਕਿ ਨਹੀਂ ਕਰੇਗਾ, ਜਾਂ ਤੁਸੀਂ ਕਿਵੇਂ ਦੇਖਦੇ ਹੋ? ਬਹੁਤ ਸਾਰੇ ਮਾਮਲੇ ਜਿਹੜੇ ਰਿੜਕੇ ਜਾ ਰਹੇ ਆ ਇਸ ਇਲੈਕਸ਼ਨ ਦੇ ਮੱਦੇਨਜ਼ਰ। ਜੀ ਡਾਕਟਰ ਸੰਧੂ। ਪਹਿਲਾਂ ਤਾਂ ਮੈਂ ਜਗਮੋਹਨ ਜੀ ਨੂੰ ਬੇਨਤੀ ਕਰਦਾ ਹਾਂ ਵੀ ਤੁਸੀਂ ਹੁਣੇ ਕਿਹਾ ਵੀ ਇਹ ਪ੍ਰਭਾਵ ਕਰੇਗਾ ਜਿੱਤੀਏ ਚਾਹੇ ਹਾਰੀਏ। ਆਪਾਂ ਹਾਰਨਾ ਨਹੀਂ ਜੀ, ਕਿਸਾਨ ਅੰਦੋਲਨ ਨੇ, ਸੰਯੁਕਤ ਕਿਸਾਨ ਮੋਰਚਾ ਹਾਰੂਗਾ ਨਹੀਂ। ਇਹ ਸਾਡੀ ਸਿਆਸਤ ਸਾਰੀ ਜਿਹੜੀ ਹੈ ਇਹ ਬਾਅਦ 'ਚ ਆਉਂਦੀ ਹੈ। ਪੰਜਾਬ ਦੀ ਕਿਸਾਨੀ ਤੇ ਪੰਜਾਬ ਦਾ ਜਿਹੜਾ ਗਰੀਬ ਕਿਸਾਨ ਮਜ਼ਦੂਰ ਹੈ ਉਹ ਪਾਰਟੀਆਂ ਤੋਂ ਉੱਪਰ ਆ, ਉਹ ਪਹਿਲਾਂ ਹੈ। ਐਡਾ ਵੱਡਾ ਸੰਘਰਸ਼ ਔਰ ਐਡੇ ਸੁਚੱਜੇ ਢੰਗ ਨਾਲ ਤੁਸੀਂ ਉੱਥੇ ਚਲਾ ਰਹੇ ਹੋ, ਔਰ ਮੈਨੂੰ ਪਤਾ ਇਸ ਗੱਲ ਦਾ, ਮੇਰੀਆਂ ਤੁਹਾਡੇ ਚੰਗੇ ਵੱਡੇ ਲੀਡਰਾਂ ਨਾਲ, ਹਰਿਆਣੇ ਦੇ ਲੀਡਰ ਨਾਲ, ਰਕੇਸ਼ ਨਾਲ, ਟਿਕੇਟ ਨਾਲ ਤਾਂ ਨਹੀਂ ਗੱਲ ਹੋਈ, ਪਰ ਉਹ ਮੇਰੀ ਚੁੜਨੀ ਨਾਲ ਬੜੀ ਡਿਟੇਲ 'ਚ ਗੱਲ ਹੋਈ ਹੈ। ਹਾਲਾਂਕਿ ਸਾਂਝ ਤੁਹਾਡੀ ਕਿਸੇ ਕਿਸਮ ਦੀ ਵੀ ਹੈ ਨਹੀਂ ਸਾਰੇ ਸੰਯੁਕਤ ਮੋਰਚੇ ਦੀ ਆਪਸ ਦੇ ਵਿੱਚ, ਪਰ ਇੱਕ ਚੀਜ਼ ਤੇ ਇਕੱਠੇ ਹੈ ਕਿ ਕਿਸਾਨ ਮਰ ਜੂਗਾ, ਕਿਸਾਨ ਸਾਰੇ ਮੁਲਕ ਦਾ ਖਤਮ ਹੋ ਜੂਗਾ, ਔਰ ਇਹ ਜਿਹੜੀ ਅਥੋਰੀਟੇਰੀਅਨ ਸਰਕਾਰ ਹੈ ਇਹਨੂੰ ਆਪਦੇ ਗੋਡਿਆਂ ਪਰ ਨੇ ਲਿਆ ਕੇ ਇਹਨਾਂ ਤੋਂ ਇਹ ਕਾਲੇ ਕਾਨੂੰਨ ਵਾਪਸ ਕਰਾਉਣੇ ਪੈਣੇ ਹੈ। ਔਰ ਇਹਦਾ ਅਸਰ ਪੰਜਾਬ ਤਾਂ ਬੜੀ ਦੂਰ ਦੀ ਗੱਲ ਹੈ, ਪੰਜਾਬ ਤਾਂ ਮਤਲਬ ਬੜੀ ਨੇੜੇ ਦੀ ਗੱਲ ਹੈ, ਕਿਉਂਕਿ ਪੰਜਾਬ ਤੋਂ ਤਾਂ ਤੁਰਿਆ ਇਹ ਅੰਦੋਲਨ, ਤੇ ਇੱਥੇ ਤਾਂ ਪ੍ਰਭਾਵਿਤ ਹੋਣਾ ਹੀ ਹੋਣਾ ਸਿਆਸਤ ਨੇ। ਤੁਸੀਂ ਤਾਂ ਬੰਗਾਲ 'ਚ ਖਿਲਾਰੇ ਪਾਤੇ ਜਾ ਕੇ, ਤੁਸੀਂ ਤਾਂ ਤਮਿਲਨਾਡੂ 'ਚ ਖਿਲਾਰੇ ਪਾਤੇ ਜਾ ਕੇ। ਸੋ ਇਹ ਦੇਖੋ ਮੁੱਦੇ ਦੋ ਅੱਡੋ ਅੱਡ ਨੇ ਬੇਸ਼ੱਕ, ਔਰ ਤੁਹਾਡਾ ਇਹ ਬੜਾ ਮੋਡੈਸਟ ਤਰੀਕਾ ਕਹਿਣ ਦਾ, ਇਹ ਬੜੀ ਹਲੀਮੀ ਹੈ ਤੁਹਾਡੇ ਵਿੱਚ ਕਿ ਉਗਰਾਹਾਂ ਤੇ ਟਿਕਾਉਂਦਾ ਦੇ ਸਾਡੇ ਕਾਨੂੰਨ ਨੇ, ਸਾਡਾ ਇਹ ਕੌਂਸਟੀਟਿਊਸ਼ਨ ਕਹਿੰਦਾ ਵੀ ਕੋਈ ਵੀ ਸਾਡਾ ਅਹੁਦੇਦਾਰ ਜਿਹੜਾ ਹੈ ਉਹ ਇਲੈਕਸ਼ਨ ਨਹੀਂ ਲੜੂਗਾ ਸਿਆਸੀ। ਦੇਖੋ ਲੇਕਿਨ ਮੈਂ ਜੋ ਕਹਿਣਾ ਚਾਹੁੰਦਾ ਇਹ ਹੈ ਵੀ ਆਫਟਰ ਆਲ ਐਜ਼ ਐਨ ਇੰਡੀਵਿਜੂਅਲ ਵੋਟਰ ਵੋਟ ਤਾਂ ਪਾਊਗਾ ਨਾ ਜੀ, ਵੋਟ ਤਾਂ ਪਾਉਣੀ ਆਪਾਂ ਹਮੇਸ਼ਾ ਪਾਉਣੇ ਆ। ਸੋ ਸਿਆਸਤ ਦੇ ਵਿੱਚ ਤਾਂ ਵੋਟ ਤਾਂ ਤੁਸੀਂ ਵੀ ਪਾਓਗੇ, ਪਾਉਣੀ ਚਾਹੀਦੀ ਹੈ ਤੁਹਾਨੂੰ, ਪਰ ਆਪਦੀ ਮਰਜ਼ੀ ਦੇ ਕੈਂਡੀਡੇਟ ਨੂੰ ਪਾਓ ਪਾਰਟੀਆਂ ਤੋਂ ਉੱਪਰ ਉੱਠ ਕੇ, ਜਿਹੜਾ ਤੁਹਾਡੇ ਸੰਘਰਸ਼ ਦੇ ਨਾਲ ਖੜਾ ਹੈ ਜਾਂ ਤੁਹਾਨੂੰ ਇਲਾਕੇ ਦੇ ਵਿੱਚੋਂ ਲੱਗਦਾ ਵੀ ਲੋਕਾਂ ਦੇ ਪੱਖ ਪੂਰਦਾ ਆਇਆ। ਮੈਂ ਨਹੀਂ ਕਹਿੰਦਾ ਵੀ ਕਾਂਗਰਸ ਪਾਰਟੀ ਦਾ ਪ੍ਰਵਕਤਾ ਕਾਂਗਰਸ ਨੂੰ ਵੋਟ ਪਾਓ ਜਾਂ ਅਕਾਲੀਆਂ ਨੂੰ ਨਾ ਪਾਓ, ਜਾਂ ਹਾਂ ਭਾਜਪਾ ਨੂੰ ਨਹੀਂ ਪਾਉਣੀ ਵੋਟ, ਇਹ ਪੱਕੀ ਗੱਲ ਹੈ। ਇਸ ਵੇਲੇ ਲੜਾਈ ਸਾਰੇ ਮੁਲਕ ਦੀ
ਇਸ ਅਥੋਰੀਟੇਰੀਅਨ ਪਾਰਟੀ ਤੇ ਅਥੋਰੀਟੇਰੀਅਨ ਰਾਜ ਦੇ ਨਾਲ ਹੈ। ਜੇ ਮੁਲਕ ਬਚਾਉਣਾ, ਪੰਜਾਬ ਤਾਂ ਇੱਕ ਸੂਬਾ ਹੈ, ਸਾਡਾ ਸੂਬਾ, ਚਲੋ ਸਾਨੂੰ ਦਰਦ ਹੈ, ਇਹ ਤੋਂ ਜੇ ਮੁਲਕ ਬਚਾਉਣਾ ਹੈ ਤਾਂ ਭਾਜਪਾ ਤਾਂ ਮਤਲਬ ਥੱਲੇ ਲਾਉਣੀ ਪਊਗੀ। ਔਰ ਇਹ ਭਾਜਪਾ ਮੁਕਤ ਭਾਰਤ ਤਾਂ ਮੈਂ ਕਹਿੰਦਾ ਨਹੀਂ, ਕਿਉਂਕਿ ਭਾਜਪਾ 'ਚ ਵੀ ਚੰਗੇ ਬੰਦੇ ਬਥੇਰੇ ਹੈਗੇ ਆ, ਲੇਕਿਨ ਇਹ ਜਿਹੜਾ ਇਹਨਾਂ ਦਾ ਇਹ ਡਿਕਟੇਟਰਸ਼ਿਪ ਹੈ ਨਾ, ਇਹ ਤਾਂ ਕੱਢਣੀ ਪਊਗੀ, ਨਹੀਂ ਤਾਂ ਮੁਲਕ ਦਾ ਹੀ ਬੜਾ ਓਕੇ, ਥੈਂਕ ਯੂ ਡਾਕਟਰ ਸੰਧੂ। ਦੀਪਾ ਜੀ, ਇਸ ਮੁੱਦੇ ਤੇ ਅਹਿਮ ਸਵਾਲ ਜਿਹੜਾ ਅਕਾਲੀ ਦਲ ਇਸ ਦ੍ਰਿਸ਼ਟੀਕੋਣ ਤੋਂ ਕਿਵੇਂ ਸੋਚਦਾ, ਪੰਜਾਬ ਵਿਧਾਨ ਸਭਾ ਦੀਆਂ ਇਲੈਕਸ਼ਨ ਤਾਂ ਸਾਡੇ ਸਾਹਮਣੇ ਆਣੀਆਂ, ਕਿਸਾਨ ਅੰਦੋਲਨ ਵੀ ਲੰਬੇ ਸਮੇਂ ਤੋਂ ਪੰਜਾਬ ਦੀ ਜਨਮ ਭੂਮੀ ਹੈ। ਜੇ ਜਿੱਦਾਂ ਡਾਕਟਰ ਸੰਧੂ ਕਹਿ ਰਿਹਾ ਕਿ ਪੱਛਮੀ ਬੰਗਾਲ 'ਚ ਇਸ ਅੰਦੋਲਨ ਨੇ ਨਤੀਜੇ ਦਿੱਤੇ, ਪ੍ਰਭਾਵਿਤ ਕੀਤਾ ਹੈ, ਤਾਂ ਪੰਜਾਬ ਨੂੰ ਕਿਉਂ ਨਹੀਂ ਪ੍ਰਭਾਵਿਤ ਕਰੇਗਾ ਅੰਦੋਲਨ? ਕਿਵੇਂ ਦੇਖਦੇ ਹੋ ਦੀਪਾ ਜੀ? ਦੇਖੋ, ਜਿੱਥੋਂ ਤੱਕ ਪੰਜਾਬ ਦੀ ਗੱਲ ਹੈ, ਐਗਰੀਰੀਅਨ ਸਟੇਟ ਹੈ ਆਪਣੀ ਪੰਜਾਬ ਦੀ, ਕਿਸਾਨੀ ਇੱਕ ਵੱਡਾ ਮੁੱਦਾ ਵੀ ਹੈ, ਸਾਰੀ ਇਕਨੋਮੀ ਆਪਣੀ ਕਿਸਾਨੀ ਤੇ ਆਧਾਰਿਤ ਹੈ। ਸਾਰਾ ਜਿਹੜਾ ਸਾਡਾ ਬਿਜ਼ਨਸ ਹੈ, ਵਪਾਰ ਹੈ, ਸ਼ਹਿਰਾਂ 'ਚ ਪੈਸਾ ਤਾਂ ਹੀ ਆਉਂਦਾ ਹੈ ਜੇ ਕਿਸਾਨੀ ਕੋਲ ਪੈਸਾ ਆਉਂਦਾ ਹੈ। ਜੇ ਕਿਸਾਨੀ ਇੱਥੋਂ ਪ੍ਰਭਾਵਿਤ ਹੁੰਦੀ ਹੈ, ਖਤਮ ਹੁੰਦੀ ਹੈ, ਕਾਲੇ ਕਾਨੂੰਨ ਦੇ ਲਾਗੂ ਰਹਿੰਦੇ ਹੈ ਜਾਂ ਹੁੰਦੇ ਹੈ, ਤਾਂ ਉਹਦੇ 'ਚ ਪੰਜਾਬ ਨੂੰ ਬਹੁਤ ਵੱਡਾ ਨੁਕਸਾਨ ਹੋਣ ਵਾਲਾ ਹੈ। ਇਹ ਤਾਂ ਲੋਕਾਂ ਦੇ ਹਰੇਕ ਬੱਚੇ ਦੇ ਮਨ ਦੇ ਵਿੱਚ ਵਸ ਚੁੱਕਿਆ ਹੈ। ਇਹ ਤਾਂ ਠੀਕ ਹੈ, ਇੱਕ ਡਿਕਟੇਟਰਸ਼ਿਪ ਤਰ੍ਹਾਂ ਮੋਦੀ ਸਰਕਾਰ ਆਪਦਾ ਕੰਮ ਚਲਾ ਰਹੀ ਹੈ, ਔਰ ਇਹਨਾਂ ਨੇ ਹਰ ਹੀਲਾ ਅਪਣਾਇਆ ਕਿ ਇਸ ਅੰਦੋਲਨ ਨੂੰ ਕਮਜ਼ੋਰ ਕੀਤਾ ਜਾਵੇ। ਔਰ ਭਾਵੇਂ ਉਹ 26 ਜਨਵਰੀ ਦੀ ਗੱਲ ਕਰੀਏ, ਕਿਸ ਤਰ੍ਹਾਂ ਇਸ ਨੂੰ ਵਾਏ ਹੋਰ ਪਾਸੇ ਪਾ ਕੇ ਕਿਵੇਂ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਅੰਦੋਲਨ ਨੂੰ। ਉਸ ਤੋਂ ਬਾਅਦ ਕੁਦਰਤੀ ਜਿਹੜੀ ਹੈ ਮਾਰ ਪਈ ਹੈ, ਕਰੋਨਾ ਦੀ ਮਾਰ ਪਈ ਆ, ਉਹਦੇ ਕਰਕੇ ਵੀ ਕੁਝ ਫਰਕ ਪਿਆ। ਪਰ ਜਿਹੜਾ ਜਜ਼ਬਾ ਹੈ, ਜੋ ਦਿਲਾਂ 'ਚ ਇਰਾਦਾ ਹੈ, ਇਹ ਕਿਸਾਨਾਂ ਦੀ ਗੱਲ ਨਾ ਕਰੀਏ, ਹਰੇਕ ਪੰਜਾਬੀ ਦੀ ਗੱਲ ਕਰੀਏ, ਸਾਰੇ ਦੇਸ਼ ਦੇ ਕਿਸਾਨਾਂ ਦੀ ਗੱਲ ਕਰੀਏ ਤੇ ਆਮ ਲੋਕਾਂ ਦੀ ਗੱਲ ਕਰੀਏ, ਉਹਨਾਂ ਦਾ ਸੌਫਟ ਕਾਰਨਰ, ਉਹਨਾਂ ਦੀ ਸਿੰਪਥੀ, ਉਹਨਾਂ ਦੀ ਹਾਂ ਪੱਖੀ ਰਾਏ ਇਸ ਅੰਦੋਲਨ ਦੇ ਨਾਲ ਹੈ। ਜਿਨ੍ਹਾਂ ਨਾਲ ਇੰਨੀ ਵੱਡੀ ਤਾਦਾਦ ਦੇ ਨਾਲ ਲੋਕ ਹੋਣ, ਰਾਏ ਹੋਵੇ, ਉਹ ਅੰਦੋਲਨ ਖਤਮ ਨਹੀਂ ਹੁੰਦੇ। ਇੱਕ ਟਾਈਮ ਹੁੰਦਾ ਐਸਾ ਕਿ ਉਹ ਥੋੜਾ ਜਿਹਾ ਫਿੱਕੇ ਪੈ ਜਾਂਦੇ ਕਿ ਉਸ ਤਰ੍ਹਾਂ ਨਾਲ ਕਿ ਸ਼ਾਇਦ ਉਨੀ ਸਟਰੈਂਥ ਨਾਲ ਅਸੀਂ ਅਜੇ ਨਹੀਂ ਉੱਥੇ ਬੈਠੇ ਹੋਏ। ਪਰ ਇਹ ਨਹੀਂ ਕਿ ਅੰਦੋਲਨ ਖਤਮ ਹੋ ਜਾਣਗੇ। ਇੱਕ ਨਾ ਇੱਕ ਦਿਨ ਮੋਦੀ ਨੂੰ ਝੁਕਣਾ ਹੀ ਪੈਣਾ ਹੈ। ਜਿਵੇਂ ਕਹਿੰਦੇ ਆ ਕਿ 176 ਵੀ ਖਾਣੇ, ਗੰਢੇ ਵੀ ਖਾਣੇ, ਉਹੋ ਜਿਹਾ ਕੰਮ ਹੋਣਾ ਹੈ। ਇਹ ਟਾਈਮ ਲਈ ਆ ਜਾਣ। ਔਰ ਜਿਵੇਂ ਗੱਲ ਪੰਜਾਬ ਦੀ ਹੈ, ਇਹ ਤਾਂ ਪੱਕਾ ਹੀ ਹੈ। ਵੇਖੋ, ਜੇ ਇਹ ਸੰਘਰਸ਼ ਕਿਸਾਨੀ ਹੋਇਆ, ਉਹਦੇ ਨਾਲ ਸ਼੍ਰੋਮਣੀ ਅਕਾਲੀ ਦਲ ਨੇ ਆਪਦੀਆਂ ਲੱਖ ਕੋਸ਼ਿਸ਼ਾਂ ਤੋਂ ਬਾਅਦ ਜੇ ਪਤਾ ਲੱਗਿਆ ਕਿ ਸਾਡੀ ਭਾਈਵਾਲ ਪਾਰਟੀ ਨਹੀਂ ਮੰਨਣ ਨੂੰ ਤਿਆਰ, ਉਹ ਕਾਨੂੰਨ ਲੈ ਕੇ ਹੀ ਆ ਗਈ ਹੈ, ਅਸੀਂ ਉਹਨਾਂ ਨੂੰ ਛੱਡਿਆ। ਉਸ ਤੋਂ ਬਾਅਦ ਰੀਅਲਾਈਨਮੈਂਟ ਹੋਈ, ਅਸੀਂ BSP ਨਾਲ ਅੱਜ ਸਮਝੌਤਾ ਕੀਤਾ। ਉਹ ਸਾਰਾ ਇਹ ਤਾਂ ਸਾਹਮਣੇ ਨਜ਼ਰ ਹੀ ਆ ਰਿਹਾ ਕਿ ਇਸ ਇਲੈਕਸ਼ਨ ਦੇ ਵਿੱਚ ਰੀਅਲਾਈਨਮੈਂਟ ਹੋਈ ਹੈ। ਇਹਦੇ ਦੇ ਪ੍ਰਭਾਵ ਪੈ ਹੀ ਰਿਹਾ। ਉਹਦੇ 'ਚ ਗੱਲ ਪੱਕੀ ਹੈ ਕਿ ਇਹ ਪੰਜਾਬ ਦੇ ਹਾਸ਼ੀਏ ਤੋਂ BJP ਖਤਮ ਹੋਣ ਜਾ ਰਹੀ ਹੈ। ਇੱਕ ਸੀਟ ਵੀ ਨਹੀਂ ਆਣੀ, ਔਰ ਸ਼ਾਇਦ ਇਹਨਾਂ ਦੇ ਕੈਂਡੀਡੇਟ ਵੀ ਪੂਰੇ ਨਾ ਹੋਣ ਔਰ ਬਾਹਰ ਵੀ ਨਾ ਨਿਕਲ ਸਕਣ। ਪਰ ਫਿਰ ਜ਼ਰੂਰ ਪੰਜਾਬੀ ਵੇਖਣਗੇ, ਕਿਸਾਨ ਵੇਖਣਗੇ ਕਿ ਆਉਣ ਵਾਲੇ ਸੰਘਰਸ਼ ਨੂੰ ਕਿਹੜੀ ਪਾਰਟੀ ਹੈ, ਸ਼੍ਰੋਮਣੀ ਅਕਾਲੀ ਦਲ ਹੈ, ਕਾਂਗਰਸ ਹੈ, ਆਮ ਆਦਮੀ ਪਾਰਟੀ ਹੈ, ਕਿਹੜੀ ਇਹਨੂੰ ਅੱਗੇ ਹੋਰ ਲਿਆ ਸਕਦੀ ਹੈ। ਔਰ ਮੈਂ ਸਮਝਦਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਇਤਿਹਾਸ ਹੈ, ਜਾਂ ਮੰਨਿਆ ਜਾਵੇ, ਇਹ ਕਿਸਾਨਾਂ ਦੀ ਹੀ ਪਾਰਟੀ ਰਹੀ ਹੈ। ਸ਼ੁਰੂ ਤੋਂ ਰੂਰਲ ਬੈਕਗਰਾਊਂਡ ਦੀ ਰਹੀ ਹੈ, ਕਿਸਾਨਾਂ ਦੀ। ਜੇ ਅੱਜ ਉਹਨਾਂ ਦੀ ਗੱਲ ਕਰੀਏ, ਉਹਨਾਂ ਦੀ ਵੋਟ ਬੈਂਕ ਦੀ ਗੱਲ ਕਰੀਏ, ਤੇ ਕਿਸਾਨੀ ਵੋਟ ਜ਼ਿਆਦਾ ਸ਼੍ਰੋਮਣੀ ਅਕਾਲੀ ਨਾਲ ਜੁੜੀ ਰਹੀ ਹੈ। ਤਾਂ ਮੈਂ ਸਮਝਦਾ ਕਿ ਪ੍ਰਭਾਵਿਤ ਵੀ ਕਰੂਗੀ। ਔਰ ਉਹਦੇ 'ਚ ਬਿਲਕੁਲ ਵੇਖਣਗੇ ਕਿ ਕਿਹੜੀ ਪਾਰਟੀ ਨੇ ਪਿੱਛੇ ਕਿਸ ਤਰ੍ਹਾਂ ਦੀ ਮਦਦ ਕੀਤੀ, ਜਿਹੜੇ ਦਿਲੋਂ ਚਾਹੁੰਦੇ ਆ ਕਿ ਕਿਸਾਨੀ ਦੇ ਕਾਲੇ ਕਾਨੂੰਨ ਖਤਮ ਹੋਣ। ਕਿਉਂਕਿ ਕਾਂਗਰਸ ਪਾਰਟੀ ਨੂੰ ਤਾਂ ਦੇਖ ਹੀ ਲਿਆ, ਇਹਨਾਂ ਨੂੰ ਜੋ ਕੁਝ ਕਰਨਾ ਸੀ ਕਰ ਚੁੱਕੇ ਆ, ਜੋ ਕੁਝ ਕਰਨਾ ਸੀ ਕਰ ਲੈਂਦੇ ਜੇ ਹੁਣ ਇਹਨਾਂ ਕੋਲ ਟਾਈਮ ਸੀਗਾ। ਇਹ ਤਾਂ ਅੱਗੇ ਮੈਂ ਸਮਝਦਾ ਆਮ ਆਦਮੀ ਪਾਰਟੀ ਔਰ ਸ਼੍ਰੋਮਣੀ ਅਕਾਲੀ ਦਲ ਹੈ, ਇਹਨਾਂ 'ਚ ਵੇਖਿਆ ਜਾਊ ਕਿ ਕਿਹੜੀ ਪਾਰਟੀ ਪੰਜਾਬ ਦਾ ਭਲਾ ਚਾਹੁੰਦੀ ਹੈ, ਕਿਹੜੀ ਪਾਰਟੀ ਭਲਾ ਨਾਲ ਸਹੀ ਮੇਰੇ ਦਿਲੋਂ ਨਾਲ ਖੜੂਗੀ। ਜੀ ਥੈਂਕ ਯੂ। ਮੈਂ ਵਾਪਸ ਆਵਾਂਗਾ ਤੁਹਾਡੇ ਵਾਲੇ ਇਸ ਮੁੱਦੇ ਤੇ। ਡਾਕਟਰ ਸੰਧੂ, ਤੁਸੀਂ ਆਪਣੀ ਗੱਲ ਵੀ ਕਹਿਣਾ ਚਾਹੁੰਦੇ ਹੋ, ਪਰ ਦੀਪਾ ਜੀ ਨੇ ਕਿਹਾ ਵੀ ਅਕਾਲੀ ਦਲ ਤਾਂ ਹਾਈ ਕਿਸਾਨਾਂ ਦਾ ਹਤੈਸ਼ੀ, ਕਿਸਾਨਾਂ ਦਾ ਹਮੈਤੀ ਹੈ, ਡਟ ਕੇ ਨਾਲ ਖੜਾ ਹੈ। ਪਰ 5 ਸਾਲ ਕਾਂਗਰਸ ਨੂੰ ਮੌਕਾ ਮਿਲਿਆ ਸੀ, ਆਪਾਂ ਦੇਖ ਹੀ ਲਿਆ ਕਾਂਗਰਸ ਨੇ ਉਹ ਕਹਿੰਦੇ ਕਿ ਕਿਸਾਨਾਂ ਦੇ ਲਈ ਕੀ ਕੀਤਾ ਹੈ। ਕੀ ਕਹੋਗੇ ਡਾਕਟਰ ਸੰਧੂ? ਦੇਖੋ ਜੀ, ਜਿਹੜਾ ਬੰਦਾ ਜਾਂ ਪਾਰਟੀ ਜਾਂ ਕੋਈ ਆਰਗੇਨਾਈਜੇਸ਼ਨ ਉਹ ਜਮਾਂ ਹੀ ਜ਼ੀਰੋ ਤੇ ਪਹੁੰਚ ਜੇ ਨਾ, ਫਿਰ ਉਹ ਆਵਾਜ਼ ਉੱਚੀ ਕਰ ਲੈਂਦੇ ਆ ਵੀ ਟੋਏ 'ਚ ਡਿੱਗੇ ਹੋਏ ਆ, ਕੋਈ ਤਾਂ ਬਾਹਰ ਸੁਣੂਗਾ। ਇਹਨਾਂ ਦਾ ਹਾਲ ਇਹ ਹੈ, ਪਹਿਲੀ ਗੱਲ ਤਾਂ BSP ਦਾ ਆਧਾਰ UP 'ਚ ਖਤਮ, ਅਕਾਲੀਆਂ ਦਾ ਆਧਾਰ ਪੰਜਾਬ 'ਚ ਖਤਮ। ਥਾਂ ਥਾਂ ਦੇ ਉੱਤੇ ਲੋਕਾਂ ਨੇ ਐਡੇ ਐਡੇ ਬੈਨਰ ਪੋਸਟਰ ਪਿੰਡਾਂ 'ਚ ਲਾਏ ਹੋਏ ਆ ਵੀ ਸਾਡੇ ਨਾ ਵੜਿਓ। ਤੇ ਦੂਜੀ ਗੱਲ, ਇਹ ਕਹਿੰਦੇ ਕਿਸਾਨਾਂ ਦੀ ਪਾਰਟੀ ਰਹੀ ਹੈ। ਜਿੰਨਾ ਨੁਕਸਾਨ ਕਿਸਾਨੀ ਦਾ
ਮੁਫਤ ਬਿਜਲੀਆਂ ਦੇ ਕੇ ਪਾਣੀ ਚੱਕ ਮੋਟਰਾਂ ਤੋਂ ਜਿਉਂ ਝੋਨੇ ਦੇ ਵਿੱਚ ਚੱਲਦੀਆਂ ਮੋਟਰਾਂ ਬੰਦ ਹੀ ਨਹੀਂ ਹੁੰਦੀਆਂ, ਕਿਉਂਕਿ ਬਿਜਲੀ ਮੁਫਤ ਹੈ। ਕਿਸਾਨ ਨੂੰ ਜਦੋਂ ਨੂੰ ਸਮਝ ਆਈ ਵੀ ਸਾਡਾ ਇਹ ਬੰਜਰ ਹੋ ਜਾਊਗਾ ਸਾਰਾ, ਤੇ ਉਦੋਂ ਤੱਕ ਹਾਲਾਤ ਇਹ ਹੋ ਗਏ ਵੀ ਪਾਣੀ 400 ਫੁੱਟ ਤੇ ਪਹੁੰਚ ਗਿਆ। ਇਹ ਪਾਪੂਲਿਸਟ ਮੈਜਰ ਲਿਆਂਦੇ ਅਕਾਲੀ ਦਲ ਨੇ ਤੇ ਲਿਆ ਕੇ। ਡਾਕਟਰ ਸੰਧੂ ਬੜਾ ਅਹਿਮ ਗੱਲ ਤੁਸੀਂ ਕਹਿ ਰਹੇ ਹੋ, ਤੁਹਾਨੂੰ ਲੱਗਦਾ ਕਿ ਬਿਜਲੀ ਮੁਫਤ ਨਹੀਂ ਹੋਣੀ ਚਾਹੀਦੀ? ਬਿਜਲੀ ਬਿਲਕੁਲ ਵੀ ਮੁਫਤ ਨਹੀਂ ਹੋਣੀ ਚਾਹੀਦੀ। ਬਿਜਲੀ ਸਬਸਿਡਾਈਜ਼ਡ ਹੋਣੀ ਚਾਹੀਦੀ ਹੈ ਕਿਸਾਨ ਵਾਸਤੇ, ਔਰ ਉਹਦਾ ਜਿਹੜਾ ਕਿਸਾਨ ਨੂੰ ਮਿਲਣੀ ਚਾਹੀਦੀ ਹੈ ਜ਼ਿਆਦਾ ਟਾਈਮ ਵਾਸਤੇ। 4-4 ਘੰਟੇ ਪੂਰੀ ਬਿਜਲੀ ਦੇਣ ਦਾ ਫਾਇਦਾ ਕੀ ਹੈ? ਉਹਦਾ ਅੱਧਾ ਖੇਤ ਹੁੰਦਾ, ਅੱਧਾ ਖੇਤ ਫਿਰ ਅਗਲੇ ਦਿਨ ਵਾਸਤੇ ਉਡੀਕਦਾ ਹੈ। ਇਹਦੇ 'ਚ ਸੋਧ ਹੋਣੀ ਜ਼ਰੂਰੀ ਹੈ। ਜਿਹੜੀ ਚੀਜ਼ ਅਸੀਂ ਪਰਚੇਜ਼ ਕਰਕੇ ਗਾਂਹ ਵੇਚਦੇ ਹਾਂ ਉਹਦੇ ਵਿੱਚ ਸਟੇਟ ਦੀ ਰੈਵਨਿਊ ਦਾ ਨੁਕਸਾਨ ਹੁੰਦਾ ਹੀ ਹੁੰਦਾ ਹੈ। ਔਰ ਜਿੰਨਾ ਘਾਣ ਸਿੱਖੀ ਦਾ, ਕਿਸਾਨੀ ਦਾ ਤੇ ਪੰਜਾਬ ਸਟੇਟ ਦਾ ਇਕਨੋਮਿਕਲੀ ਅਕਾਲੀ ਦਲ ਨੇ ਕੀਤਾ, ਮੇਰਾ ਖਿਆਲ ਨਹੀਂ ਕਿ ਪੰਜਾਬ ਦੇ ਲੋਕ ਇਹਨਾਂ ਨੂੰ ਕਦੇ ਵੀ ਮਾਫ ਕਰਨਗੇ। ਪਰ ਮੈਂ ਇੱਕ ਗੱਲ ਆਪਦੇ ਕਿਸਾਨ ਲੀਡਰ ਨੂੰ ਕਹਿਣਾ ਚਾਹੁੰਦਾ ਕਿ ਮੈਂ ਇਸ ਕਰਕੇ ਨਹੀਂ ਕਹਿ ਰਿਹਾ ਜੀ ਵੀ 2022 ਦੇ ਵਿੱਚ ਕਿਸਾਨ ਅੰਦੋਲਨ ਵਾਲੇ ਸੰਯੁਕਤ ਕਿਸਾਨ ਮੋਰਚਾ ਕਾਂਗਰਸ ਦੀ ਮਦਦ ਕਰੇ। ਬਿਲਕੁਲ ਨਾ ਕਰਿਓ। ਜੇ ਤੁਹਾਨੂੰ ਲੱਗਦਾ ਵੀ 1% ਵੀ ਨਾ ਤਾਂ ਖਰੇ ਉਤਰੇ ਤੇ ਨਾ ਇਹ ਆਪਦੇ ਵਾਅਦਿਆਂ ਤੇ ਪੂਰੇ ਹੋਏ ਤੇ ਨਾ ਇਹਨਾਂ ਦੀ ਨੀਅਤ ਹੈ, ਪਰ ਮੈਂ ਇਹਨਾਂ ਜ਼ਰੂਰ ਹੱਥ ਜੋੜ ਕੇ ਬੇਨਤੀ ਕਰੂੰਗਾ ਕਿ ਕਾਂਗਰਸ ਦਾ ਵਰਕਰ, ਮੈਂ ਲੀਡਰਾਂ ਦੀ ਗੱਲ ਨਹੀਂ ਕਰਦਾ, ਕਾਂਗਰਸ ਦਾ ਕੱਲਾ ਵਰਕਰ ਤੁਹਾਡੇ ਨਾਲ ਖੜਾ ਰਹੂਗਾ। 2022 ਤੱਕ 24 ਤੱਕ ਅੰਦੋਲਨ ਚੱਲੂਗਾ ਤਾਂ ਬਿਲਕੁਲ ਡਟ ਕੇ ਤੁਹਾਡੇ ਨਾਲ ਖੜਾਂਗੇ। ਵੋਟਾਂ ਕੈਂਡੀਡੇਚਰ ਇਹ ਬੇਮਾਨੇ ਹੈ ਜਿੰਨਾ ਚਿਰ ਤੁਸੀਂ ਬਾਰਡਰ ਤੇ ਬੈਠੇ ਆ। ਤੇ ਸੋਚ ਸਮਝ ਕੇ, ਬੰਦਾ ਵੇਖ ਕੇ, ਘੋਖ ਕੇ, ਇਹ ਜਿਹੜੀ ਆਮ ਆਦਮੀ ਪਾਰਟੀ ਹੈ ਇਹ ਉਹੀ ਕੁੰਵਰ ਵਿਜੇ ਪ੍ਰਤਾਪ ਹੈ ਜਿਹਨੂੰ ਸਾਰੇ ਕਹਿੰਦੇ ਸੀਗੇ ਜੀ ਇਹ ਤਾਂ ਬਹੁਤ ਇਮਾਨਦਾਰ ਹੈ। ਸਾਨੂੰ ਵੀ ਲੱਗਦਾ ਸੀਗਾ, ਇੱਕ ਮਿੰਟ, ਕਿਉਂਕਿ ਇਹਨਾਂ ਦੇ ਗੱਲ ਹੋਣੀ ਹੈ। ਇਹ ਬਾਈ ਪ੍ਰੋਕਸੀ RSS ਵਾਲੇ ਹੁਣ ਇਹਨੂੰ ਲੈ ਆਏ ਆ, ਕੁੰਵਰ ਵਿਜੇ ਪ੍ਰਤਾਪ ਨੂੰ ਰਲਾਇਆ ਕਿਹਦੇ ਨਾਲ ਹੈ? RSS ਦੀ ਬੀ ਟੀਮ ਨਾਲ, ਆਮ ਆਦਮੀ ਪਾਰਟੀ ਨਾਲ। ਓਕੇ ਡਾਕਟਰ ਸੰਧੂ, ਕਿਤੇ ਆਮ ਵਾਲਿਆਂ ਨਾਲ ਡਿਸਕਸ ਕਰ ਲਾਂਗੇ। ਚਲੋ ਕਰ ਲਾਂਗੇ, ਕੋਈ ਗੱਲ ਨਹੀਂ। ਪਰ ਮੈਂ ਆਪਣੇ ਵੀਰ ਨੂੰ ਕਹਿੰਦਾ ਤੇ ਲੈ ਕੇ ਆਪਾਂ ਡਿਸਕਸ ਕਰ ਲਾਂਗੇ। ਉੱਪਲ ਸਾਹਿਬ ਆਪਾਂ ਜਿੱਤਾਂਗੇ ਪਾਰਟੀਆਂ ਤੋਂ ਉੱਪਰ। ਥੈਂਕ ਯੂ ਡਾਕਟਰ ਸੰਧੂ, ਤੁਹਾਡਾ ਵਿਚਾਰ ਆ ਗਿਆ। ਜਗਮੋਹਨ ਜੀ, ਬਹੁਤ ਅਹਿਮ ਮੁੱਦਾ ਹੈ। ਕਿਸਾਨ ਜਥੇਬੰਦੀਆਂ ਦੀ ਰਾਜਸੀ ਤਰ੍ਹਾਂ ਦਾ ਆਪੋ ਆਪਣੀ ਢੰਗ ਨਾਲ ਸਾਰੀਆਂ ਹਮਾਇਤ ਕਰ ਰਹੀਆਂ। ਅਕਾਲੀ ਦਲ ਵੀ ਕਹਿ ਰਿਹਾ ਹੈ, ਕਾਂਗਰਸ ਵੀ ਕਹਿ ਰਹੀ ਹੈ। ਪਰ ਜਗਮੋਹਨ ਜੀ, ਮੈਂ ਜਿਹੜੀ ਰਾਜਸੀ ਤਰ੍ਹਾਂ ਦੀ ਆਪਸੀ ਲੜਾਈ ਹੈ ਜੀ, ਸਭ ਤੋਂ ਪਹਿਲਾਂ ਤਾਂ ਮੈਂ ਇਹਨਾਂ ਦੋਨਾਂ ਬੁਲਾਰਿਆਂ ਦਾ ਧੰਨਵਾਦੀ ਹਾਂ, ਕਿਉਂਕਿ ਇਹਨਾਂ ਨੇ ਡਾਇਰੈਕਟ ਸਾਡਾ ਜਿਹੜਾ ਕਿਸਾਨ ਅੰਦੋਲਨ ਹੈ ਉਹਦੇ ਹਾਂ ਦੇ ਵਿੱਚ ਨਾਰਾ ਮਾਰਿਆ ਔਰ ਕਹਿ ਗਏ ਜਿੱਤਣਾ ਜਿੱਤੇ ਜਾਊਗਾ। ਇਹ ਇਸ ਕੌਨਫੀਡੈਂਸ ਨਾਲ ਕਹਿੰਦੇ ਨੇ, ਇਸ ਲਈ ਇਹਨਾਂ ਦਾ ਧੰਨਵਾਦੀ ਹਾਂ ਮੈਂ ਕਿਸਾਨ ਅੰਦੋਲਨ ਵੱਲੋਂ। ਤੇ ਜਿੱਤਾਂਗੇ ਜੀ ਆਪਾਂ। ਜਿੱਦਾਂ ਸਾਨੂੰ ਵੀ ਇਹ ਲੱਗਦਾ ਵੀ ਜਿੰਨਾ ਆਮ ਲੋਕਾਂ ਨੇ ਸਾਡੇ ਸਿਰ ਆਸਾਨ ਚੜਾਇਆ ਔਰ ਜਿੰਨਾ ਸਾਨੂੰ ਅਸੀਂ ਜੇ ਉਹਨਾਂ ਕੋਲ 4 ਚੀਜ਼ਾਂ ਮੰਗੀਆਂ ਨੇ ਤੇ 8 ਸਾਡੇ ਤੱਕ ਪਹੁੰਚਦੀਆਂ ਕੀਤੀਆਂ ਅੱਜ ਵੀ ਅਸੀਂ ਚੰਗੀ ਸਟਰੈਂਥ 'ਚ ਬੈਠੇ ਆ। ਮੈਂ ਸਿੱਧੂ ਬਾਰਡਰ ਤੇ ਬੈਠਾ, ਕੋਈ ਗੱਲ ਨਹੀਂ ਵੀ ਵਿੱਚੋਂ ਜੇ ਗੱਲ ਆਈ ਸੀ ਵੀ ਘੱਟ ਹੋ ਗਿਆ ਜਾਂ ਬੰਦਾ ਪੈ ਗਿਆ ਝੋਨੇ ਦੀ ਲਵਾਈ ਕਰਕੇ, ਉਸ ਦਾ ਘੱਟ ਔਰਤਾਂ ਬਹੁਤ ਨੇ। ਬਾਕੀ ਰਹੀ ਗੱਲ ਜੀ, ਇਹ ਅਸਲ ਦੇ ਵਿੱਚ ਪੋਲੀਟੀਕਲ ਡਿਸਕਸ਼ਨ ਵਾਲੇ ਪਾਸੇ ਜਾਣ ਲੱਗਾ। ਜਿਵੇਂ ਕਾਂਗਰਸ ਦੇ ਬੁਲਾਰੇ ਸੰਧੂ ਸਾਹਿਬ ਨੇ ਕਿਹਾ ਵੀ ਇਹ ਜਿਹੜਾ ਪਾਪੂਲਰ ਬਿਜਲੀ ਵਾਲਾ ਦੇ ਕੇ, ਮੇਰੀ ਤਾਂ ਦੇਖੋ 40-35 ਸਾਲ ਹੋ ਗਏ ਨੇ ਕਿਸਾਨੀ ਦੇ ਵਿੱਚ, ਇੱਕੋ ਹੀ ਇੱਕ ਸਬਸਿਡੀ ਜਿਹੜੀ ਡਾਇਰੈਕਟ ਤੇ ਬਹੁਤ ਵਧੀਆ ਢੰਗ ਨਾਲ ਜਿਹਦੇ ਆਸਰੇ ਪੰਜਾਬ ਦਾ ਕਿਸਾਨ ਜਿਉਂਦਾ। ਜੇ ਇਹਨਾਂ ਨੂੰ ਚੰਗਾ ਲੱਗਦਾ ਸੀ ਤਾਂ ਇਹਨਾਂ ਨੇ ਮਤਲਬ ਜਦੋਂ ਪਿਛਲੀ ਵਾਰੀ ਕਾਂਗਰਸ ਜਿੱਤੀ ਆ, ਇਹਨਾਂ ਨੇ ਮੈਨੀਫੈਸਟੋ 'ਚ ਪਾ ਦਿੰਦੇ ਵੀ ਅਸੀਂ ਬਿਜਲੀ ਮੁਫਤ ਨਹੀਂ ਦੇਵਾਂਗੇ, ਸਬਸਿਡੀ ਦੇਵਾਂਗੇ ਜਾਂ ਹਾਫ ਰੇਟ ਤੇ ਦੇਵਾਂਗੇ, ਜਾਂ ਪਾਣੀ ਡੂੰਘੇ ਦਾ ਅਲਟਰਨੇਟਿਵ ਇਹ ਨਹੀਂਗਾ। ਪਾਣੀ ਡੂੰਘੇ ਜਾਣ ਦਾ ਅਲਟਰਨੇਟਿਵ ਹੈ ਡਿਵਰਸਿਫਿਕੇਸ਼ਨ ਹੈ। ਡਿਵਰਸਿਫਿਕੇਸ਼ਨ ਵਾਲੇ ਪਾਸੇ ਕਾਂਗਰਸ ਨੂੰ ਧਿਆਨ ਦੇਣਾ ਚਾਹੀਦਾ ਔਰ ਅਕਾਲੀ ਦਲ ਨੂੰ ਵੀ ਅਸੀਂ ਇਹ ਕਹਿੰਦੇ ਹਾਂ ਡਿਵਰਸਿਫਿਕੇਸ਼ਨ ਹੈ, ਨਾ ਕਿ ਬਿਜਲੀ ਦਾ ਤੁਸੀਂ ਜਿਹੜੀ ਇੱਕੋ ਇੱਕ ਸਬਸਿਡੀ ਜਿਹੜੀ ਬੜੇ ਆਰਾਮ। ਦੇਖੋ ਹੁਣ DAP ਤੇ ਰੇਟ ਵਧਾਤਾ ਮਲਟੀਨੈਸ਼ਨਲ ਕੰਪਨੀ ਨੇ, ਤੇ ਚੱਕ ਕੇ ਮਤਲਬ ਮੋਦੀ ਸਾਹਿਬ ਨੇ ਅਰਬਾਂ ਰੁਪਏ ਮਲਟੀਨੈਸ਼ਨਲ ਕੰਪਨੀ ਨੂੰ ਗ੍ਰਾਂਟ ਦੇ ਦਿੱਤੀ। ਸਾਨੂੰ ਤਾਂ DAP ਉਸੇ ਭਾਈ ਮਿਲਦਾ ਜਿਹੜਾ ਮਹੀਨਾ ਪਹਿਲਾਂ ਮਿਲਦਾ ਸੀ। ਉਹ 'ਚ BJP ਨੇ ਕਿਸਾਨ ਦਾ ਕੀ ਫਾਇਦਾ ਕੀਤਾ, ਉਸ ਮਲਟੀਨੈਸ਼ਨਲ ਕੰਪਨੀ ਦਾ ਫਾਇਦਾ ਕਰ ਲਿਆ। ਇਸ ਲਈ ਇਹ ਇੱਕ ਸਬਸਿਡੀ ਸੀ ਜਿਹੜੀ ਕਿਸਾਨ ਨੂੰ ਸਿੱਧੀ ਮਿਲਦੀ ਹੈ ਤੇ ਜਿਸ ਤੋਂ ਕਿਸਾਨ ਪ੍ਰਭਾਵਿਤ ਆ। ਇਸੇ ਕਰਕੇ ਹੀ ਕਾਂਗਰਸ ਨੇ ਵੀ ਇਹਨੂੰ ਕੰਟੀਨਿਊ ਕੀਤਾ ਔਰ ਕਾਂਗਰਸ ਐਤਕੀ ਦੇ ਇਲੈਕਸ਼ਨ ਮੈਨੀਫੈਸਟੋ 'ਚ ਕਾਂਗਰਸ ਵੀ ਅਕਾਲੀ ਦਲ ਲੈ ਕੇ ਆਉਣਗੇ ਵੀ ਅਸੀਂ ਫ੍ਰੀ ਕਰਾਂਗੇ। ਅੱਗੇ ਨਹੀਂ ਫ੍ਰੀ ਕਰਨਗੇ ਫਿਰ ਸਾਨੂੰ ਐਜੀਟੇਸ਼ਨ ਲੜਨੀ ਪਊ। ਉਹ ਹੈ ਵੀ ਪਾਣੀ ਦਾ ਮਸਲਾ ਬਹੁਤ ਗੰਭੀਰ ਹੈ, ਇੱਕ ਵੱਖਰਾ ਮਸਲਾ ਤੇ ਵੱਖਰੀ ਡਿਸਕਸ਼ਨ ਹੋਣੀ ਚਾਹੀਦੀ ਹੈ ਵੀ ਜੀ। ਬਿਲਕੁਲ, ਇਹ ਪੂਰਾ ਸਬਜੈਕਟ ਹੈ ਜਗਮੋਹਨ ਜੀ ਆਪਣੇ ਆਪ 'ਚ। ਜੀ ਦੀਪਾ ਜੀ, ਮੈਂ ਬ੍ਰੇਕ ਤੋਂ ਪਹਿਲਾਂ ਤੁਹਾਡੇ ਕਮੈਂਟਸ ਵੀ ਲੈਣਾ ਚਾਹਾਂਗਾ। ਜੀ ਦੀਪਾ ਜੀ। ਮੈਂ ਸਮਝਦਾ ਵੈਸੇ ਉੱਪਲ ਸਾਹਿਬ ਨੇ ਸਾਰੀ ਗੱਲ ਕਲੀਅਰ ਕੀਤੀ ਹੈ। ਜੇ ਡਾਕਟਰ ਸੰਧੂ ਸਾਹਿਬ ਨੂੰ ਅਜੇ ਵੀ ਲੱਗਦਾ ਕਿ ਬਿਜਲੀ ਫ੍ਰੀ ਨਹੀਂ ਹੋਣੀ ਚਾਹੀਦੀ, ਮੈਂ ਸਮਝਦਾ ਇਹਨਾਂ ਨੂੰ
ਪਿਛਲੇ ਮੈਨੀਫੈਸਟੋ 'ਚ ਤਾਂ ਇਹਨਾਂ ਨਹੀਂ ਲਿਖਿਆ, ਪਰ ਮੈਂ ਸਮਝਦਾ ਆਉਣ ਵਾਲਾ ਇਹਨਾਂ ਦੀ ਪਾਰਟੀ, ਜੇ ਇਹਨਾਂ ਦੀ ਪਾਰਟੀ ਇਕੱਠੀ ਰਹੀ, ਚਲੋ ਇਲੈਕਸ਼ਨ ਤਾਂ ਲੜੂ, ਇਕੱਠੀ ਰਵੇ, ਜਾਂ ਲੜਾਈ ਲੜਨ, ਜਾਂ ਅੱਡ ਅੱਡ ਹੋਣ, ਜਾਂ ਟੁੱਟਣ ਭੱਜਣ, ਪਤਾ ਨਹੀਂ ਕੀ ਇਹਨਾਂ ਪਾਰਟੀ ਦਾ ਹੋ ਰਿਹਾ ਹੋਊਗਾ, ਪਰ ਉਹਦੇ ਵਿੱਚ ਮੈਨੀਫੈਸਟੋ 'ਚ ਯਾਦ ਰੱਖਣ ਕਿ ਅਸੀਂ ਉੱਥੇ ਕਹਿ ਕੇ ਆਏ ਹਾਂ ਕਿ ਉੱਥੇ ਆਪਦੀ ਰਾਏ ਦੇ ਕੇ ਆਏ ਹਾਂ ਕਿ ਮੈਂ ਇੱਥੇ ਬਿਜਲੀ ਦੇ ਬਿੱਲ ਲੱਗਣੇ ਚਾਹੀਦੇ ਆ, ਪਰ ਬਿਜਲੀ ਇੰਨੇ ਘੱਟ ਮਿਲਣੀ ਚਾਹੀਦੀ ਹੈ ਕਿਉਂਕਿ ਇਹ ਥੱਲੇ ਜਾ ਰਹੀ ਹੈ। ਮੈਂ ਸਮਝਦਾ ਕਿ ਅਗਲੇ ਮੈਨੀਫੈਸਟੋ ਦੇ ਵਿੱਚ ਕਾਂਗਰਸ ਪਾਰਟੀ ਇਹ ਲਿਖਣਾ ਯਾਦ ਰੱਖੂਗੀ ਕਿ ਅਸੀਂ ਕਿਸਾਨਾਂ ਨੂੰ ਬਿਜਲੀ ਜੀ ਮੈਂ ਬ੍ਰੇਕ ਤੋਂ ਪਹਿਲਾਂ ਜੀ ਥੈਂਕ ਯੂ ਡਾਕਟਰ ਸੰਧੂ ਦੇ ਕਮੈਂਟਸ ਵੀ ਲੈ ਲਾਂ। ਡਾਕਟਰ ਸੰਧੂ ਆਪਾਂ ਬ੍ਰੇਕ ਤੇ ਜਾਣਾ, ਪਰ ਤੁਸੀਂ ਇਸ ਮੁੱਦੇ ਤੇ ਜ਼ਰੂਰ ਕਮੈਂਟ ਦਿਓ ਜੋ ਕਹਿਣਾ ਚਾਹੁੰਦੇ ਹੋ। ਮੈਂ ਤਾਂ ਜਗਮੋਹਨ ਜੀ ਨੂੰ ਇਹਨਾਂ ਕਹਿਣਾ ਚਾਹੁੰਦਾ ਹਾਂ ਵੀ ਮੇਰਾ ਮਕਸਦ ਮੰਤਵ ਇਹ ਨਹੀਂ ਹੈ ਕਿ ਬਿਜਲੀ ਟੋਟਲੀ ਜਿਹੜੀ ਹੈ ਬੰਦ ਕਰ। ਸਬਸਿਡੀ ਦਾ ਮਤਲਬ ਇਹ ਹੋਏਗਾ ਵੀ ਜਿਵੇਂ ਤੁਹਾਡੇ ਜਿਹੜੇ ਇੱਕ ਮੋਟਰ ਵਾਲਾ ਉਹਦੀ ਬਿਜਲੀ ਫ੍ਰੀ ਕਰ ਦਿਓ, ਜਿੱਥੇ ਇੱਕ ਮੋਟਰ ਦੇ ਕਨੈਕਸ਼ਨ ਦੇ ਉੱਤੇ 14 ਚੱਲਦੇ ਆ ਉੱਥੇ ਬਿਜਲੀ ਫ੍ਰੀ ਦੇਣ ਦਾ ਜਿਹੜਾ ਇਹਦੇ ਤੇ ਘੋਖ ਹੋਣੀ ਚਾਹੀਦੀ ਹੈ, ਇਹਦੇ ਤੇ ਵਿਚਾਰ ਹੋਣਾ ਚਾਹੀਦਾ ਹੈ। ਇਹ ਨਹੀਂ ਹੈ ਕਿ ਕਿਸਾਨ ਦੀ ਸਬਸਿਡੀ ਖੋਲੋ, ਅਸੀਂ ਤਾਂ ਕਿਸਾਨੀ ਦੇ ਨਾਲ ਖੜੇ ਭਾਵੇਂ ਸਾਨੂੰ ਸਾਰਾ ਕੁਝ ਮੁਫਤ ਦੇਣਾ ਪੈ ਜਾਵੇ, ਉਹ ਗੱਲ ਉਹ ਨਹੀਂ ਗੀ। ਗੱਲ ਇਹ ਹੈਗੀ ਆ ਵੀ ਜਿਹੜੀ ਚੀਜ਼ ਆਪਾਂ ਪ੍ਰੋਡਿਊਸ ਨਹੀਂ ਕਰਦੇ ਔਰ ਆਪਾਂ ਕਿਸੇ ਹੋਰ ਤੋਂ ਮਹਿੰਗੀ ਲੈ ਕੇ ਸਸਤੀ ਵੇਚਦੇ ਹਾਂ, ਰੈਵਨਿਊ ਲਾਸ ਤਾਂ ਹੁੰਦਾ ਨਾ ਜੀ। ਉਹ ਰੈਵਨਿਊ ਲਾਸ ਤੁਹਾਡੇ ਤੇ ਵੀ ਆਉਂਦਾ ਕਿਉਂਕਿ ਤੁਹਾਡੇ ਮੁੜ ਕੇ ਡੀਜ਼ਲ ਤੇ ਟੈਕਸ ਵਧਾ ਦੇਣਗੇ, ਤੁਹਾਡੇ ਕਿਸੇ ਹੋਰ ਤਾਂ DAP ਨਾਲ ਕਿਸਾਨ ਲੁੱਟਿਆ ਜਾ ਰਿਹਾ, ਇਹ ਕਿਸੇ ਇੱਕ ਪਾਸੇ ਦਾ ਪੂਰਾ ਕਰ ਦੇਣਗੇ। ਲੇਕਿਨ ਮੇਰਾ ਸਿਰਫ ਕਹਿਣ ਦਾ ਵੀ ਕਈ ਚੀਜ਼ਾਂ ਦੁਬਾਰਾ ਇਹ ਪੋਪੂਲਿਸਟ ਮੇਜਰ ਹੈ। ਤੁਸੀਂ ਕਹਤਾ ਜੀ ਕਿਸਾਨ ਇੱਕੋ ਸਬਸਿਡੀ ਮਿਲਦੀ ਹੈ, ਕੌਣ ਬੰਦ ਕਰ ਰਿਹਾ ਸਬਸਿਡੀ ਨੂੰ? ਬੰਦ ਨਹੀਂ ਕਰ ਰਹੇ ਸਬਸਿਡੀ ਨੂੰ। ਜਿਹੜੇ ਪ੍ਰਾਈਵੇਟ ਥਰਮਲਾਂ ਨਾਲ MOU ਕੀਤੇ ਨੇ ਸੁਖਬੀਰ ਬਾਦਲ ਨੇ, ਉਹ ਤਾਂ ਤੁਹਾਡੀ ਜ਼ਰੂਰਤ ਨਹੀਂ ਪਈ ਕੈਂਸਲ ਕਰੋ, ਉਹਨੂੰ ਕੈਂਸਲ ਕਰੋ ਨਾ, ਨਲੀਫਾਈ ਕਰੋ ਉਹਨਾਂ ਨੂੰ। ਬਿਲਕੁਲ ਮੇਰੀ ਗੱਲ ਸੁਣੋ, ਆਪਦੇ ਥਰਮਲ ਪਲਾਂਟਾਂ ਨੂੰ ਪੁੱਡਾ ਨਾ ਕਲੋਨੀਆਂ ਬਣਾ ਰਹੇ ਆ, ਜਿਹੜੇ ਸਰਕਾਰੀ ਸਨ ਮੁਲਾਜ਼ਮਾਂ ਨੂੰ ਕੱਢ ਰਹੇ ਆ, ਉਹ ਉਸ ਪਾਸੇ ਆਉਣਾ। ਤੁਸੀਂ ਰੈਵਨਿਊ ਦਾ ਤੁਹਾਨੂੰ ਬਹੁਤ ਫਿਕਰ ਹੈ ਜਗਮੋਹਨ ਜੀ ਮੇਰੀ ਅੱਜ ਕਿੰਨਾ ਹਾਈਡਲ ਦੇ ਵਿੱਚ ਸਾਨੂੰ 1 ਰੁਪਿਆ ਯੂਨਿਟ ਬਿਜਲੀ ਪੈ ਸਕਦੀ ਹੈ ਪੰਜਾਬ ਦੇ ਵਿੱਚ। ਬਿਲਕੁਲ ਪੈ ਸਕਦੀ ਹੈ। ਕਹਿੰਦਾ ਸੀ ਕਿ ਪਾਣੀ ਵਾਲਾ ਮੁੱਦਾ ਇੱਕ ਬਹੁਤ ਗੰਭੀਰ ਆ, ਇੱਕ ਹੋਰ ਵੱਖਰੀ ਡਿਸਕਸ਼ਨ ਭਾਵੇਂ ਕੱਲ ਨੂੰ ਰੱਖ ਲਓ ਜਗਤਾਰ ਸਿੰਘ ਨੂੰ। ਕਹਿੰਦੇ ਜਗਮੋਹਨ ਜੀ ਇੱਕ ਮੇਰੀ ਲਾਸਟ ਮੇਰੀ ਬੇਨਤੀ 30 ਸਕਿੰਟ ਦੀ ਸੁਣ ਲਓ ਕਿ ਤੁਸੀਂ ਕਹੇ ਨਾ ਜੀ ਵੀ ਇਹ ਕਾਂਗਰਸ ਸਰਕਾਰ ਨੇ ਕਿਉਂ ਨਹੀਂ ਰੱਦ ਕੀਤੇ। ਮੈਂ ਇਸੇ ਮਾਧਿਅਮ ਤੋਂ ਇੱਕ ਵਾਰੀ ਨਹੀਂ ਘੱਟੋ ਘੱਟ 100 ਵਾਰੀ ਕਹਿ ਚੁੱਕਿਆ ਵੀ ਸਰਕਾਰ ਬਿਲਕੁਲ ਇਸ ਮੁੱਦੇ ਤੇ ਸਾਡੀ ਕਾਂਗਰਸ ਦੀ ਸਰਕਾਰ ਫੇਲ ਹੋਈ ਹੈ। ਇਹ ਹੋਣੇ ਚਾਹੀਦੇ ਸੀਗੇ, ਕਿਉਂ ਨਹੀਂ ਹੋਏ? ਇਹ ਜਵਾਬ ਦੇ ਲੋਕਾਂ ਨੂੰ ਹੈਗਾ, ਮੈਂ ਕਦੇ ਡਿਫੈਂਡ ਨਹੀਂ ਕਰਦਾ ਆਪਦੀ ਸਰਕਾਰ ਨੂੰ, ਮੈਂ ਕਦੇ ਡਿਫੈਂਡ ਨਹੀਂ ਕਰਦਾ ਕਿ ਇਹ ਬਾਰੀਆਂ ਚੁੱਪ ਕਰ ਦੀਪਾ 2 ਮਿੰਟ ਗੱਲ ਕਰ ਲੈਣ ਤੇ ਫਿਰ ਬੋਲਣੀ, ਤੇਰੀ ਵਾਰੀ ਆਊਗੀ ਬੋਲਣੀ। ਐਵੇਂ ਵਿੱਚ ਪੋਲੀਟੀਕਲ ਰੋਟੀਆਂ ਸੇਕਣ ਬਹਿ ਗਿਆ ਤੂੰ। ਇਹ ਪੋਲੀਟੀਕਲ ਰੋਟੀਆਂ ਸੇਕਣ ਦਾ ਟਾਈਮ ਨਹੀਂ, ਗੰਭੀਰ ਮੁੱਦੇ ਆ। ਗੱਲ ਸਿਰਫ ਇੰਨੀ ਹੈ ਕਿ ਤੁਹਾਡੀ ਹਰ ਸਬਸਿਡੀ ਨਾਲ ਤੁਹਾਡੇ ਨਾਲ ਖੜੇ ਆ, ਹਰ ਸਬਸਿਡੀ ਨਾਲ ਕੁਝ ਮੇਜਰ ਕਰਨੇ ਚਾਹੀਦੇ ਨੇ। ਇੰਨੀ ਕੀ ਬੇਨਤੀ ਹੈ, ਸਬਸਿਡੀ ਕੋਈ ਨਹੀਂ ਖੋਲਣ ਲੱਗਾ। ਮਿਹਰਬਾਨੀ। ਆਪਾਂ ਲੈਣੇ ਇੱਕ ਛੋਟੀ ਜਿਹੀ ਬ੍ਰੇਕ। ਇਸੇ ਮੁੱਦੇ ਤੇ ਆ ਰਹੇ ਹਾਂ ਵਾਪਸ। ਕਿਸਾਨ ਅੰਦੋਲਨ, ਜਦੋਂ ਆਪਾਂ ਗੱਲ ਕਰਦੇ ਹਾਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਰਾਜਨੀਤੀ ਨੂੰ ਕਿੱਦਾਂ ਪ੍ਰਭਾਵਿਤ ਕਰੇਗਾ, ਕਿਹੜੇ ਮੁੱਦੇ ਆ ਜਿਨ੍ਹਾਂ ਤੇ ਪੰਜਾਬੀ ਲੈਣਗੇ ਜਵਾਬਦੇਹੀ, ਇਹਨਾਂ ਮੁੱਦਿਆਂ ਤੇ ਕਰਾਂਗੇ ਚਰਚਾ ਨਿੱਕੀ ਜਿਹੀ ਬ੍ਰੇਕ ਦੇ ਬਾਅਦ। ਨਜ਼ਰੀਏ ਦੀ ਜਿਵੇਂ ਦਰਸ਼ਕਾਂ ਦਾ ਸਵਾਗਤ। ਦੀਪਕ ਜੀ, ਬ੍ਰੇਕ ਤੋਂ ਪਹਿਲਾਂ ਤੁਸੀਂ ਆਪਣੇ ਕਮੈਂਟਸ ਦੇਣਾ ਚਾਹੁੰਦੇ ਸੀ, ਤੁਸੀਂ ਆਪਣੀ ਗੱਲ ਮੁਕੰਮਲ ਕਰੋ, ਫਿਰ ਉਸ ਤੋਂ ਬਾਅਦ ਮੈਂ ਕਿਸਾਨ ਨੇਤਾ ਤੋਂ ਸਵਾਲ ਲਵਾਂਗਾ। ਜੀ ਦੀਪਕ ਜੀ। ਡਾਕਟਰ ਸੰਧੂ ਕਹਿ ਰਹੇ ਸੀ ਜੀ ਇੱਕ ਇਸ਼ੂ ਤੇ ਸਾਡੀ ਸਰਕਾਰ, ਸਾਡੇ ਲੀਡਰ, ਸਾਡਾ ਮੁੱਖ ਮੰਤਰੀ ਫੇਲ ਹੋਇਆ। ਮੈਂ ਕਹਿਣਾ ਚਾਹੁੰਦਾ ਇੱਕ ਇਸ਼ੂ ਤੇ ਨਹੀਂ ਹੋਇਆ, ਹਰੇਕ ਇਸ਼ੂ ਤੇ ਹੀ ਇਹ ਸਰਕਾਰ ਫੇਲ ਹੋਈ। ਗੱਲ ਇਸ ਇਸ਼ੂ ਦੀ ਚੱਲ ਰਹੀ ਸੀ ਵੀਰ। ਆਪਾਂ ਇਸ ਮੁੱਦੇ ਤੇ ਬਹਿਸ ਆਪਣੇ ਪਾਸੇ ਚੱਲ ਜਾਏਗੀ ਡਾਕਟਰ ਸੰਧੂ। ਮੈਂ ਦੀਪਕ ਜੀ ਨੂੰ ਵੀ ਕਹਿਣਾ ਜੀ। ਦੀਪਕ ਜੀ ਤੁਹਾਡਾ ਕਮੈਂਟ ਆ ਗਿਆ, ਥੈਂਕ ਯੂ ਵੈਰੀ ਮਚ। ਆਪਾਂ ਇਸੇ ਮੁੱਦੇ ਤੇ ਬਹਿਸ ਰੱਖਦੇ ਹਾਂ ਪਲੀਜ਼। ਜਗਮੋਹਨ ਜੀ, ਇੱਕ ਬੜਾ ਅਹਿਮ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗਿਆ ਹਾਂ। ਕਿਸਾਨ ਅੰਦੋਲਨ ਦੇ ਮੱਦੇਨਜ਼ਰ ਜਿਹੜੇ ਕਿਸਾਨ ਅੰਦੋਲਨ ਨਾਲ ਜਿਹੜੇ ਜੁੜੇ ਹੋਏ ਲੋਕ ਹੈਗੇ ਆ, ਚਾਹੇ ਮਾਹਰ ਹੈ, ਉਹਨਾਂ ਚੋਂ ਕਈਆਂ ਦੀ ਰਾਏ ਹੈ ਕਿ ਜਦੋਂ ਫੈਸਲੇ ਸਰਕਾਰਾਂ ਨੇ ਕਰਨੇ ਆ, ਰਾਜਨੀਤੀ ਨੇ ਕਰਨੇ ਆ, ਤਾਂ ਕਿਸਾਨ ਜਥੇਬੰਦੀਆਂ ਸਿੱਧੇ ਤੌਰ ਤੇ ਕਿਉਂ ਨਹੀਂ ਫਿਰ ਰਾਜਨੀਤੀ 'ਚ ਕੁੱਦਦੀਆਂ? ਜਦੋਂ ਫੈਸਲੇ ਸਰਕਾਰਾਂ ਕਰਦੀਆਂ ਆਪਾਂ ਉਹਨਾਂ ਨੂੰ ਜਿਤਾਉਂਦੇ ਆ, ਫਿਰ ਉਹਨਾਂ ਤੋਂ ਮੰਗਾਂ ਕਰਦੇ ਰਹਿੰਦੇ ਆ ਕਿ ਸਾਡੀ ਆਹ ਗੱਲ ਮੰਨੋ, ਆਹ ਮੰਨੋ। ਉਹ ਕਹਿੰਦੇ ਫਿਰ ਸਰਕਾਰ ਹੀ ਉਹ ਬੈਠੇ ਜਿਹਨੂੰ ਕਿਸਾਨ ਚਾਹਣ। ਇਹ ਬਹੁਤ ਵੱਡਾ ਸਵਾਲ ਹੈ, ਇਸ ਵੇਲੇ ਬਹਿਸ ਦਾ ਮੁੱਦਾ ਬਣਿਆ। ਜਗਮੋਹਨ ਜੀ, ਮੈਂ ਇਸ ਕਰਕੇ ਲੈ ਰਿਹਾ, ਤੁਹਾਡੀ ਜਥੇਬੰਦੀ ਨਾਲ ਸੰਬੰਧਿਤ ਨਹੀਂ, ਸਮੁੱਚੇ ਕਿਸਾਨ ਅੰਦੋਲਨ ਬਾਰੇ ਸਵਾਲ ਇਦਾਂ ਦੇ ਉੱਠ ਰਹੇ ਹੈ। ਦੇਖੋ ਜੀ, ਇਹ ਮਤਲਬ ਸਵਾਲ ਖੜਾ ਹੋਣਾ, ਉਹਦੇ ਤੇ ਚਰਚਾ ਥਾਂ ਤੇ ਹੋਣੀ ਬੜੀ ਸੁਭਾਵਿਕ ਹੈ ਤੇ ਹੋ ਰਹੀ ਹੈ। ਤੁਹਾਡੇ ਵੱਲੋਂ ਸਵਾਲ ਇਹ ਨਹੀਂ, ਸਾਨੂੰ ਆਪ ਨੂੰ ਵੀ ਜਾਣਕਾਰੀ ਆ
ਪਰ ਅਸੀਂ ਤਾਂ ਆਪਣੀ ਆਰਗੇਨਾਈਜੇਸ਼ਨ ਹੋਰ ਇੱਕ ਹੋਰ ਦੂਜੀ ਆਰਗੇਨਾਈਜੇਸ਼ਨ ਜਾਂ ਹੋਰ ਵੀ ਇੱਕ ਦੋ ਜਥੇਬੰਦੀਆਂ ਹੈਗੀਆਂ ਨੇ, ਉਹਨਾਂ ਦੀ ਪੋਜੀਸ਼ਨ ਕਲੀਅਰ ਕੀਤੀ ਆ। ਇਹ ਹਰੇਕ ਆਰਗੇਨਾਈਜੇਸ਼ਨ ਜਿਹੜੀ ਆ ਇਹ ਕੋਆਰਡੀਨੇਸ਼ਨ ਆ, ਨਾ ਕਿ ਕੋਈ ਇੱਕ ਮਤਲਬ ਥੜਾ ਬਣ ਗਿਆ ਪੱਕੇ ਤੌਰ ਤੇ ਅਸੀਂ ਪੱਕੇ ਉਹਦੇ ਮੈਂਬਰ ਬਣ ਗਏ ਆ। ਇਸ ਕੋਆਰਡੀਨੇਸ਼ਨ ਦੇ ਵਿੱਚ ਯਾਨੀ ਮੈਂ ਜਿਹੜੀ ਪਹਿਲਾਂ ਕਹਿ ਗਿਆ ਸੀ ਜਿੱਤ ਗਏ ਜਾਂ ਹਾਰ ਗਏ, ਮੈਂ ਉਹ ਵਾਪਸ ਲੈਣਾ ਵੀ ਜਦੋਂ ਸਮ ਅਪ ਹੋਇਆ ਹੈ ਕਿਸਾਨ ਅੰਦੋਲਨ ਉਦੋਂ ਬਾਅਦ ਹਰੇਕ ਆਜ਼ਾਦ ਆ ਵੀ ਉਹ ਕਿਸ ਤਰ੍ਹਾਂ ਦਾ ਪੋਜੀਸ਼ਨ ਲੈਂਦਾ ਹੈ। ਕੋਈ ਆਪਦਾ ਸਾਂਝੇ ਤੌਰ ਤੇ ਕੋਈ ਨਵੀਂ ਪਾਰਟੀ ਬਣਾ ਸਕਦਾ, ਕੋਈ ਪਹਿਲੀ ਪੁਰਾਣੀਆਂ ਪਾਰਟੀਆਂ ਚ ਕਿਸੇ ਦੇ ਨਾਲ ਅਲਾਈ ਵੀ ਹੋ ਸਕਦਾ ਹੈ। ਪਰ ਇਹ ਗੱਲ ਪੱਕੀ ਆ, ਇਹ ਗੱਲ ਪੱਥਰ ਤੇ ਲੀਕ ਹੈ ਕਿ ਅੱਜ ਤੁਹਾਨੂੰ ਮੈਂ ਕਹਿੰਦਾ ਫਿਰ ਵੀ ਤੁਸੀਂ ਮਹੀਨਾ ਬਾਅਦ ਜਾਂ ਇਲੈਕਸ਼ਨਾਂ ਦੇ ਨੇੜੇ ਵੀ ਜਾ ਕੇ ਪੁੱਛ ਲਿਓ, ਇਹ ਇੱਕਮੁੱਠ ਹੋ ਕੇ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਪੰਜਾਬ ਦੇ ਅਸੈਂਬਲੀ ਚੋਣ ਦੇ ਵਿੱਚ ਚੋਣਾਂ ਲੜਨ ਲਈ ਨਹੀਂ ਕੁੱਦਣਗੀਆਂ। ਇਦਾਂ ਦਾ ਇੱਕ ਸਵਾਲ ਹੋਰ ਜਿਹੜਾ ਤੁਸੀਂ ਪਹਿਲਾਂ ਬੇਸ਼ੱਕ ਜਵਾਬ ਦੇ ਚੁੱਕੇ ਹੋ, ਪਰ ਫਿਰ ਮੈਂ ਲੈਣਾ ਚਾਹਾਂਗਾ ਕਿਉਂਕਿ ਇਸ ਗੱਲ ਨਾਲ ਸੰਬੰਧਿਤ ਹੈ। 32 ਜਥੇਬੰਦੀਆਂ ਇੱਕਮੁੱਠ ਹੋ ਕੇ ਕਿਸਾਨ ਅੰਦੋਲਨ ਨਾਲ ਜਿਹੜੀਆਂ ਸੰਬੰਧਿਤ ਹੈਗੀਆਂ ਇਲੈਕਸ਼ਨ 'ਚ ਨਹੀਂ ਕੁੱਦਣਗੀਆਂ, ਪਰ ਕੀ 32 ਜਥੇਬੰਦੀਆਂ ਜਦੋਂ ਭਾਜਪਾ ਦੇ ਵਿਰੋਧ ਦਾ ਸਵਾਲ ਹੈ, ਪਿੰਡਾਂ ਦੇ ਵਿੱਚ ਹੁਣ ਜਿਸ ਤਰੀਕੇ ਨਾਲ ਜਾਂ ਸ਼ਹਿਰਾਂ ਦੇ ਵਿੱਚ ਕਸਬਿਆਂ 'ਚ ਭਾਜਪਾ ਦਾ ਵਿਰੋਧ ਕੀਤਾ ਜਾ ਰਿਹਾ ਹੈ, ਇਹ ਵਿਰੋਧ ਚੋਣਾਂ ਦੇ ਦੌਰਾਨ ਵੀ ਕੰਟੀਨਿਊ ਰਹੇਗਾ ਜਗਮੋਹਨ ਜੀ? ਇਹਦਾ ਜੀ ਅਸੀਂ ਆਪਦਾ ਬਲੂਪ੍ਰਿੰਟ ਬਣਾਈ ਬੈਠੇ, ਕੱਲ ਪਰਸੋਂ ਮੀਟਿੰਗ ਹੈ, ਤੁਹਾਨੂੰ ਐਡਵਾਂਸ ਹੀ ਦੱਸ ਦਿੰਦੇ ਆ ਵੀ ਅਸੀਂ ਸਾਡਾ ਜਿਹੜਾ ਅਗਲਾ ਹੈਗਾ ਉਹ ਸਾਡਾ ਹੈ ਹੀ ਬੰਗਾਲ ਤੋਂ ਬਾਅਦ ਜਿਹੜਾ ਆਪਣਾ ਉੱਤਰਾਖੰਡ ਤੇ ਯੂਪੀ ਉਹਦੇ ਦੌਰਾਨ ਅਸੀਂ ਉੱਥੇ ਮੁਹਿੰਮ ਚਲਾਉਣੀ ਆ ਵੀ ਬੀਜੇਪੀ ਨੂੰ ਹਰਾਓ, ਔਰ ਪੂਰੇ ਜ਼ੋਰ ਸ਼ੋਰ ਨਾਲ ਚਲਾਉਣੀ ਸ਼ੁਰੂ ਕਰਤੀ। ਜਿਸ ਤਰ੍ਹਾਂ ਪੰਜਾਬ ਹਰਿਆਣੇ ਦੇ ਵਿੱਚ ਬੀਜੇਪੀ ਤੇ ਉਹਦੇ ਜਿਹੜੇ ਅਲਾਈ ਐਨਡੀਏ ਦੇ ਨੇ ਉਹਨਾਂ ਦਾ ਸੋਸ਼ਲ ਬਾਈਕਾਟ ਹੈ, ਉਹਦਾ ਸੋਸ਼ਲ ਬਾਈਕਾਟ ਜਿਹਨੇ ਕਿਸੇ ਨੇ ਕੈਂਡੀਡੇਟ ਖੜਨਾ ਚਾਹੇ ਨਹੀਂ ਮਿਲਣਾ, ਪਤਾ ਨਹੀਂ ਟਿਕਟ ਮਿਲਣੀ, ਜਿਹੜਾ ਬੀਜੇਪੀ ਦਾ ਐਕਟਿਵਿਸਟ ਹੈ ਜਾਂ ਐਨਡੀਏ ਦਾ ਐਕਟਿਵਿਸਟ ਹੈ ਉਹਦਾ ਵਿਰੋਧ ਹੀ ਸ਼ੁਰੂ ਕਰਤਾ ਸੋਸ਼ਲ। ਔਰ ਇਹਨੂੰ ਹੋਰ ਜਗਮੋਹਨ ਜੀ ਇੱਕ ਸਵਾਲ ਜਿਹੜਾ ਭਾਜਪਾ ਜੀ ਜਗਮੋਹਨ ਜੀ ਇੱਕ ਸਵਾਲ ਇਹ ਵੀ ਹੈ ਕਿ ਜਿਹੜੇ ਭਾਜਪਾ ਦੇ ਹਮਾਇਤੀ ਹੈ ਜਾਂ ਭਾਜਪਾ ਖੁਦ ਵੀ ਇਸ ਮੁੱਦੇ ਤੇ ਸਵਾਲ ਕਰਦੇ ਹੈ, ਉਹ ਕਹਿੰਦੇ ਜੇ ਵਿਧਾਨ ਸਭਾ ਦੀਆਂ ਚੋਣਾਂ ਆਉਣੀਆਂ ਤਾਂ ਸਾਡਾ ਵੀ ਡੈਮੋਕ੍ਰੈਟਿਕ ਰਾਈਟ ਹੈ ਉਹਨਾਂ ਚੋਣਾਂ 'ਚ ਪਾਰਟਿਸਿਪੇਟ ਕਰਨ ਦਾ, ਸੰਵਿਧਾਨ ਮੁਤਾਬਕ ਫਿਰ ਸਾਨੂੰ ਕਿਉਂ ਨਹੀਂ ਖੁੱਲ੍ਹ ਕੇ ਉਹਨਾਂ ਚੋਣਾਂ 'ਚ ਪਾਰਟਿਸਿਪੇਟ ਕਰਨ ਦਿੱਤਾ ਜਾ ਰਿਹਾ? ਕਿਹਨੇ ਰੋਕਿਆ? ਦੇਖੋ ਜੀ ਤੁਸੀਂ ਪੜ੍ਹੇ ਲਿਖੇ ਬੰਦੇ ਜੇ ਚੰਗੀ ਪੱਤਰਕਾਰੀ ਕੀਤੀ ਸਾਰੀ ਜ਼ਿੰਦਗੀ ਦੇ ਵਿੱਚ, ਡੈਮੋਕ੍ਰੇਟ ਰਾਈਟਸ ਦਾ ਉੱਪਰ ਦੀ ਗੱਲ ਹੈ। ਸਭ ਤੋਂ ਪਹਿਲਾਂ ਤਾਂ ਮਨੁੱਖੀ ਹੱਕ ਹੈ, ਇਹ ਸਾਡਾ ਜਿਉਣ ਦਾ ਹੱਕ ਖੋ ਰਹੇ ਨੇ। ਜੇ ਸਾਡੇ ਕੋਲ ਜ਼ਮੀਨ ਨਾ ਰਹੀ, ਸਾਨੂੰ ਫਸਲਾਂ ਦੇ ਵਾਜਬ ਭਾਅ ਨਾ ਮਿਲੇ, ਤਾਂ ਜਿਵੇਂ ਜੇ ਜਿਹੜਾ ਇੱਕ ਦੂਜਾ ਐਸੈਂਸ਼ੀਅਲ ਗੁੱਡਸ ਵਾਲਾ ਜਿਹੜਾ ਤੀਜਾ ਇਹਨਾਂ ਨੇ ਲਿਆਂਦਾ ਕਾਨੂੰਨ, ਉਹਦੇ ਅਨੁਸਾਰ ਪੀਡੀਐਸ ਬੰਦ ਕਰ ਰਹੇ ਨੇ। ਗਰੀਬ ਲੋਕਾਂ ਨੂੰ ਜਿਹੜੇ ਉੜੀਸਾ ਦੇ ਵਿੱਚ ਜਾਂ ਬੰਗਾਲ ਦੇ ਵਿੱਚ ਜਾਂ ਬਿਹਾਰ ਦੇ ਵਿੱਚ ਜਿਹੜੇ ਗਰੀਬ ਦੇਸ਼ ਨੇ ਜਿੱਥੇ ਅਨਾਜ ਪੂਰਾ ਨਹੀਂ ਹੁੰਦਾ, ਉੱਥੇ ਜਿੰਨਾ ਇੱਥੋਂ ਅਨਾਜ ਜਾਂਦਾ ਸੀ ਉਹ ਪੀਡੀਐਸ ਸਿਸਟਮ ਜਨਤਕ ਵੰਡ ਪ੍ਰਣਾਲੀ ਬੰਦ ਕਰਕੇ ਉੱਥੇ ਉਹ ਰਾਸ਼ਨ ਦੀਆਂ ਦੁਕਾਨਾਂ ਬੰਦ ਕਰ ਰਹੇ ਨੇ। ਇਹ ਸਾਨੂੰ ਜਿਉਣ ਦਾ ਹੱਕ ਖੋ ਰਹੇ ਨੇ। ਆਪਦਾ ਡੈਮੋਕ੍ਰੇਸੀ ਇਹ ਆਪਦਾ ਡੈਮੋਕ੍ਰੇਟਿਕ ਰਾਈਟ ਇਹਨਾਂ ਚੋਣਾਂ ਲੜਨ ਦਾ ਹੈਗਾ, ਪਰ ਅਸੀਂ ਇਹ ਡੈਮੋਕ੍ਰੇਟਿਕ ਰਾਈਟ ਨੂੰ ਕਰਾਂਗੇ ਐਜੀਟੇਸ਼ਨ ਦੇ ਰਾਹੀਂ ਸ਼ਾਂਤਮਈ ਢੰਗ ਨਾਲ, ਭਾਵੇਂ ਬੇਸ਼ੱਕ ਜਿੰਨਾ ਮਰਜ਼ੀ ਜੋ ਮਰਜ਼ੀ ਕਹੀ ਜਾਵੇ। ਜੀ ਡਾਕਟਰ ਸੰਧੂ, ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਫੈਸਲਾ ਲਿਆ ਕਿ ਗੱਲ ਕਰਦੇ ਨੇ ਜਦੋਂ ਭਾਜਪਾ ਦੀ, ਉਹ ਕਹਿੰਦੇ ਸਾਡਾ ਡੈਮੋਕ੍ਰੇਟਿਕ ਰਾਈਟ ਹੈ, ਤਾਂ ਕਿਸਾਨ ਆਗੂ ਨੂੰ ਤੁਸੀਂ ਸੁਣਿਆ ਉਹ ਕਹਿੰਦੇ ਸਾਡਾ ਤਾਂ ਜਿਉਣ ਦਾ ਹੱਕ ਹੀ ਖੋਇਆ ਜਾ ਰਿਹਾ ਹੈ, ਇਸ ਕਰਕੇ ਭਾਜਪਾ ਦੇ ਦੋਸ਼ ਤਾਂ ਜਿਹੜੇ ਬੇਬੁਨਿਆਦ ਹੈ। ਕਿਵੇਂ ਦੇਖਦੇ ਹੋ ਭਾਜਪਾ ਜਦੋਂ ਇਦਾਂ ਦੇ ਐਜੀਟੇਸ਼ਨ ਕਿਸਾਨ ਅੰਦੋਲਨ ਦੇ ਕਿਸਾਨ ਆਗੂਆਂ ਤੇ ਲਾਉਂਦੀ ਹੈ? ਭਾਜਪਾ ਕੋਲੇ ਹੁਣ ਕੱਢਣ ਪਾਉਣ ਨੂੰ ਹੈ ਨਹੀਂ ਕੁਛ। ਇਹਨਾਂ ਦੇ ਪ੍ਰਧਾਨ ਮੰਤਰੀ ਨੇ ਇੰਨੇ ਕੁ ਪਿਛਲੇ 7 ਸਾਲਾਂ 'ਚ ਝੂਠ ਮਾਰਤੇ ਆ ਕਿ ਇਹਨਾਂ ਦੀ ਆਪਦੀ ਪਾਰਟੀ ਨੂੰ ਇਹ ਫਿਕਰ ਹੋਇਆ ਪਿਆ ਵੀ ਇਹ ਹੁਣ ਜੇ ਅਸੀਂ ਕੋਈ ਸੱਚ ਗੱਲ ਵੀ ਕਵਾਂਗੇ ਸਾਡਾ ਮੰਨੂਗਾ ਵੀ ਕੋਈ। ਸੋ ਇਹ ਛੱਡੋ, ਤੁਸੀਂ ਭਾਜਪਾ ਜਿਹੜੀ ਹੈ ਨਾ, ਅਸੀਂ ਉਹਨਾਂ ਨੂੰ ਨਾ ਕਿਸੇ ਨੇ ਰੋਕਿਆ, ਨਾ ਕਿਸਾਨ ਸੰਯੁਕਤ ਕਿਸਾਨ ਮੋਰਚੇ ਨੇ ਰੋਕਿਆ ਪਾਰਟਿਸਿਪੇਟ ਕਰਨ ਤੋਂ। ਉਹਨਾਂ ਨੇ ਇਹ ਕਿਹਾ ਵੀ ਥੋੜ੍ਹਾ ਵਿਰੋਧ ਕਰਾਂਗੇ, ਉਹ ਇਹਨਾਂ ਦਾ ਰਾਈਟ ਹੈ, ਹਰ ਇੱਕ ਬੰਦੇ ਦਾ ਰਾਈਟ ਹੈ ਵਿਰੋਧ ਕਰਨਾ। ਕੋਈ ਇਹਨਾਂ ਨੇ ਉਹਨਾਂ ਦਾ ਹੱਕ ਥੋੜ੍ਹਾ ਖੋਹ ਲਿਆ, ਉਹ ਕਹਿੰਦੇ ਸਾਡਾ ਹੱਕ ਖੋ ਰਹੇ, ਹੱਕ ਨਹੀਂ ਖੋ ਰਹੇ, ਇਹ ਤਾਂ ਵਿਰੋਧ ਕਰ ਰਹੇ ਆ। ਇਹਨਾਂ ਦਾ ਰਾਈਟ ਹੈ। ਮੈਂ ਜਿਹੜੀ ਇੱਕ ਮਿੰਟ ਜੀ ਪਲੀਜ਼, ਇੱਕ ਮਿੰਟ ਮੈਂ ਜੀ ਉੱਪਲ ਸਾਹਿਬ ਨੂੰ ਇਹ ਗੱਲ ਕਹਿਣੀ ਚਾਹੁੰਦਾ ਵੀ ਉੱਪਲ ਸਾਹਿਬ, ਤੁਸੀਂ ਬਹੁਤ ਹੀ ਇਹੀ ਲੀਡਰਸ਼ਿਪ ਹੈ, ਇਹ ਲੀਡਰਸ਼ਿਪ ਜਿਹੜੀ ਹੈ ਜੇ ਤੇ 32 ਕਿਸਾਨ ਜਥੇਬੰਦੀਆਂ ਦੇ ਮੂਹਰੇ ਇੱਕ ਟਾਰਗੇਟ ਹੈ ਕਿ ਅਸੀਂ ਕਿਸਾਨੀ ਬਚਾਉਣੀ ਹੈ, ਸਾਨੂੰ ਮਾਰ ਦੇਣਗੇ, ਭੁੱਖੇ ਮਾਰ ਦੇਣਗੇ ਗਰੀਬਾਂ ਨੂੰ, ਪੀਡੀਐਸ ਸਿਸਟਮ ਖਤਮ ਕਰ ਦੇਣਗੇ, ਹੋਲਡਿੰਗ ਸ਼ੁਰੂ ਹੋ ਜਾਊਗੀ, ਮੋਨੋਪੋਲੀ ਹੋ ਜਾਊਗੀ। ਇਹਦੇ ਖਿਲਾਫ ਐਡੀ ਵੱਡੀ ਲੜਾਈ ਵਿੱਢ ਕੇ ਬੈਠੇ ਆ, ਤੇ ਸਿਆਸੀ ਪਾਰਟੀਆਂ ਉਹਦੇ ਤੇ ਰੋਟੀਆਂ ਸੇਕਣ ਦੀ ਪੂਰੀ ਕੋਸ਼ਿਸ਼ ਕਰਦੀਆਂ ਨੇ ਹਰ ਜਗ੍ਹਾ ਤੇ। ਪਰ ਤੁਹਾਡੇ ਨਾਲ ਐਸੋਸੀਏਟਡ ਕਈ ਬੰਦੇ, ਹੁਣ ਮੈਂ ਤੁਹਾਨੂੰ ਦੱਸਦਾ, ਇੱਕ ਪਾਰਟੀ ਪੰਜਾਬ ਦੇ ਵਿੱਚ ਨਵੀਂ ਬਣੀ ਹੈ, ਉਹ ਕੀਰਤੀ ਕਿਸਾਨ, ਨਾਂ ਦੇਖੋ ਰੱਖਿਆ ਕੀਰਤੀ ਕਿਸਾਨ ਸ਼ੇਰੇ ਪੰਜਾਬ ਪਾਰਟੀ। ਇਹ ਇੱਕ ਸਿੱਧਾ ਕੋਸ਼ਿਸ਼ ਹੈ ਕਿ ਉਹ ਪਿਛਲੀਆਂ ਇਲੈਕਸ਼ਨਾਂ ਦੇ ਵਿੱਚ ਜਿਹਨੇ ਟਰੈਕਟਰ ਦਾ ਚੋਣ ਨਿਸ਼ਾਨ ਰੱਖ ਲਿਆ ਉਹਨੂੰ ਹੀ ਵੋਟਾਂ ਪੈ ਗਈਆਂ। ਉਹ ਨਾ ਕੋਈ ਜਾਣੇ ਨਾ ਕੋਈ ਬੁੱਝੇ ਕੈਂਡੀਡੇਟ ਜਿੱਤ ਗਏ, ਉਹ 14-13 ਕੈਂਡੀਡੇਟ ਅਨੰਦਪੁਰ ਸਾਹਿਬ ਜਿੱਤ ਗਏ ਜਿਹਨਾਂ ਨੂੰ ਚੋਣ ਨਿਸ਼ਾਨ ਕਿਸਾਨੀ ਨਾਲ। ਸੋ ਇਹ ਇੱਕ ਤਾਂ ਇਹ ਪਾਰਟੀ ਬਣ ਗਈ। ਇੱਕ ਪਾਰਟੀ
ਆਪਣੇ ਮਾਫ ਕਰਨਾ ਮੇਰੇ ਬਹੁਤ ਸਤਿਕਾਰਯੋਗ ਨੇ, ਮੈਂ ਬਹੁਤ ਜ਼ਿਆਦਾ ਪਿਆਰ ਆ ਡਿਪਟੀ ਭਾਜੀ ਦਾ, ਉਹਨਾਂ ਨੇ ਲੋਕ ਲਹਿਰ ਪਾਰਟੀ ਬਣਾ ਲਈ ਇੱਕ ਨਵੀਂ ਪਾਰਟੀ ਪੰਜਾਬ ਦੇ ਵਿੱਚ। ਸੋ ਇਹ ਤੁਹਾਡੇ ਮੋਢਿਆਂ ਤੇ ਰੱਖ ਕੇ ਬਹੁਤ ਰੋਟੀਆਂ ਸੇਕਣ ਵਾਲੇ ਬੜੇ ਬੈਠੇ ਆ, ਜਿਵੇਂ ਦੀਪਾ ਜੀ ਸਾਨੂੰ ਬਲੇਮ ਕਰਦੇ ਆ। ਮੈਂ ਇੱਕ ਇੰਨੀ ਗੱਲ ਕਹਿਣੀ ਚਾਹੁੰਦਾ, ਕਿਹੜੇ ਕਿਸਾਨ ਨੇਤਾ ਜਾਂ ਸੰਯੁਕਤ ਕਿਸਾਨ ਮੋਰਚੇ ਦੇ ਬੰਦੇ ਨੂੰ ਇਹ ਨਹੀਂ ਪਤਾ ਕਿ ਇਹ ਕਾਲੇ ਕਾਨੂੰਨਾਂ ਦੇ ਵਿੱਚ ਕੇਜਰੀਵਾਲ ਤੋਂ ਲੈ ਕੇ ਹਰਸਿਮਰਤ ਬਾਦਲ ਤੋਂ ਲੈ ਕੇ ਸਾਰਿਆਂ ਨੇ, ਪ੍ਰਕਾਸ਼ ਸਿੰਘ ਬਾਦਲ ਤੋਂ ਲੈ ਕੇ ਸੁਖਬੀਰ ਬਾਦਲ ਨੇ ਕਿਹਾ ਜੀ ਬੜੇ ਵਧੀਆ ਕਾਨੂੰਨ ਨੇ, ਬੜੇ ਵਧੀਆ ਕਾਨੂੰਨ ਨੇ। ਜਦੋਂ ਕੁਰਸੀ ਨਹੀਂ ਬਚੀ ਤਾਂ ਛੱਡ ਕੇ ਪਾਸੇ ਹੋ ਗਏ, ਕਹਿੰਦੇ ਵੇਖੋ ਜੀ ਤਾਂ ਜੀ ਕੁਰਸੀ ਛੱਡਤੀ। ਕੁਰਸੀ ਤਾਂ ਤੁਸੀਂ ਦਿੱਤੀ ਸਭ ਤੋਂ ਜੂਨੀਅਰ ਨੂੰ ਕੁਰਸੀ ਦੇ ਕੇ। ਇਸ ਮੁੱਦੇ ਤੇ ਪਹਿਲਾਂ ਵੀ ਵਿਚਾਰ ਕਰ ਚੁੱਕੇ ਹਾਂ। ਥੈਂਕ ਯੂ। ਓਕੇ ਠੀਕ ਹੈ ਠੀਕ ਹੈ, ਮੈਂ ਓਕੇ ਠੀਕ ਹੈ ਜੀ ਸਰ। ਮੈਂ ਕਹਿੰਦਾ ਨੇ ਓਕੇ ਗੱਲ ਜੀ ਦੀਪਾ ਜੀ, ਬੀਬਾ ਹਰਸਿਮਰਤ ਕੌਰ ਦੀ ਗੱਲ ਕੀਤੀ, ਉਹ ਚਲੋ ਕੈਬਨਿਟ ਦੇ ਵਿੱਚ ਵੀ ਸੀਗਾ, ਜੋ ਹੋਇਆ ਆਪਾਂ ਬਹੁਤ ਵਾਰੀ ਡਿਬੇਟ ਕਰ ਚੁੱਕੇ ਆ। ਥੋੜਾ ਜਿਹਾ ਡਾਕਟਰ ਸਾਹਿਬ ਇਹ ਵੀ ਮੈਂ ਚੁੱਪ ਕਰ ਗਿਆ ਜੀ ਦੀਪਾ ਜੀ, ਮੈਂ ਚੁੱਪ ਕਰ ਗਿਆ। ਮੈਂ ਚੁੱਪ ਨਹੀਂ ਤੁਸੀਂ ਬੋਲ ਰਹੇ ਹੋ, ਐਵੇਂ ਹੱਥ ਜੋੜ ਰਹੇ ਬੋਲ ਰਹੇ ਹੋ, ਚੁੱਪ ਕਰੋ ਪਹਿਲਾਂ। ਅੱਛਾ, ਜਿਹੜੀ ਗੱਲ ਉਹ ਕਮੇਟੀ ਬਣੀ ਸੀ, ਜਿਹੜੀ 7 ਚੀਫ ਮਿਨਿਸਟਰਾਂ ਦੀ ਬਣੀ ਸੀ, ਜਿਹਦੇ ਕੈਪਟਨ ਅਮਰਿੰਦਰ ਸਿੰਘ ਵੀ ਸੀਗੇ, ਜਿੰਦੇ 'ਚ ਕਾਨੂੰਨਾਂ ਦਾ ਡਰਾਫਟ ਡਿਸਕਸ ਹੋਇਆ, ਜਿੰਦੇ 'ਚ ਇੱਕ ਵਾਰੀ ਮਨਪ੍ਰੀਤ ਬਾਦਲ ਗਏ, ਦੂਜੀ ਵਾਰੀ ਇਹਨਾਂ ਨੇ ਆਪਦਾ ਇੱਕ ਕੋਈ IAS ਅਫਸਰ ਵੀ ਭੇਜਿਆ ਔਰ ਉਹਦੇ 'ਚੋਂ ਪਾਸ ਹੋਏ ਆ। ਉੱਥੇ ਉਦੋਂ ਕਾਂਗਰਸ ਸਰਕਾਰ ਜਾਂ ਕਿੱਥੇ ਸੀਗੀ ਕਿ ਕੈਪਟਨ ਅਮਰਿੰਦਰ ਸਿੰਘ, ਪਤਾ ਨਹੀਂ, ਤੁਹਾਡੀ ਇਗਨੋਰੈਂਸ ਹੈ, ਉੱਥੇ ਕੋਈ ਨਹੀਂ ਸੀ ਇਹਦਾ ਮੁੱਦਾ। ਸਾਡੀ ਕੀ ਇਗਨੋਰੈਂਸ ਹੈ? ਸਾਨੂੰ ਜਦੋਂ ਤੁਹਾਡੀ ਇਗਨੋਰੈਂਸ ਹੈ, ਕਿਉਂਕਿ ਉਸ ਮੀਟਿੰਗ ਦੇ ਵਿੱਚ ਮਸਲਾ ਡਿਸਕਸ ਹੀ ਨਹੀਂ ਹੋਇਆ। ਪੂਰੀ ਕੋਸ਼ਿਸ਼, ਇੱਕ ਮਿੰਟ, ਇਹ ਮਸਲਾ ਉਸ ਮੀਟਿੰਗ 'ਚ ਡਿਸਕਸ ਹੀ ਨਹੀਂ ਹੋਇਆ। ਪੋਲੀਟੀਕਲ ਰੋਟੀਆਂ ਸੇਕ ਰਹੇ ਹੋ, ਕੁਝ ਨਹੀਂ ਹੈ ਉੱਥੇ। ਚਲੋ ਇੱਕ ਮਿੰਟ, ਨਹੀਂ ਕੀ ਗੱਲ, ਹੁਣ ਕਿਉਂ ਬੋਲ ਰਹੇ ਹੋ ਵਿੱਚ? ਚਲੋ ਮੈਂ ਤੁਹਾਡੀ ਬਾਰੇ ਚਲੋ ਚੁੱਪ ਕਰਾ ਸਕਦੇ ਹੋ, ਮੈਂ ਚੁੱਪ ਕਰਾ ਸਕਦਾ। ਹਾਂ ਮੈਂ ਚੁੱਪ ਕਰ ਗਿਆ ਜੀ, ਕਰ ਗਿਆ ਜੀ ਦੀਪਾ ਜੀ, ਕਰ ਗਿਆ ਜੀ ਦੀਪਾ ਜੀ, ਕਰ ਗਿਆ ਮੈਂ ਜੀ ਦੀਪਾ ਕਰ ਗਿਆ, ਮੈਂ ਚੁੱਪ ਕਰ ਗਿਆ, ਚੁੱਪ ਕਰ ਗਿਆ, ਚੁੱਪ। ਹਾਂਜੀ ਗੱਲ ਸੁਣੋ, ਗੱਲ ਇਹ ਹੈ, ਰੋਟੀਆਂ ਕਿੰਨੇ ਸੇਕੀਆਂ, ਕਿੰਨੇ ਡਰਾਮਾ ਕੀਤਾ ਵਿਧਾਨ ਸਭਾ 'ਚ ਕਾਨੂੰਨ ਬਣਾਉਣ ਦਾ, ਕਿਹਨਾਂ ਨੇ ਕਾਨੂੰਨ ਮੰਨ ਕੇ ਉਹਦੇ 'ਚ ਡਿਲੀਸ਼ਨ ਐਡੀਸ਼ਨ ਕਰਕੇ ਉਹਨੂੰ ਖਤਮ ਕੀਤਾ, ਕਿਹੜਾ ਮੋਦੀ ਤੇ ਸ਼ਾਹ ਨਾਲ ਮੀਟਿੰਗਾਂ ਕਰਦਾ, ਕਿਹਨਾਂ ਨੂੰ ਕੰਮ ਹੈ ਉੱਥੇ, ਕਿਹਨਾਂ ਦੇ ਈਡੀ ਦੇ ਕੇਸ ਚੱਲਦੇ ਆ, ਇਹ ਸਾਰੇ ਪੰਜਾਬੀਆਂ ਨੂੰ ਹੁਣ ਤੱਕ ਪਤਾ ਲੱਗ ਚੁੱਕਿਆ। ਪਹਿਲਾਂ ਜ਼ਰੂਰ ਲੱਗਦਾ ਸੀ ਸ਼੍ਰੋਮਣੀ ਅਕਾਲੀ ਦਲ ਪਹਿਲਾ ਡਿਸੀਜਨ ਲੈਂਦਾ, ਇਹ ਪਤਾ ਕਿ ਕਿੱਡੀ ਮੋਟੀ ਚਮੜੀ ਦੇ ਮੋਦੀ ਤੇ ਇਹ ਸ਼ਾਹ ਹੈ, ਜੇ ਸਾਡੇ ਅਸਤੀਫੇ ਤੋਂ, ਸਾਡੇ ਉੱਥੇ ਹੱਥ ਜੋੜਨ ਤੋਂ, ਸਾਡੇ ਸਮਝਾਉਣ ਤੋਂ ਨਹੀਂ ਮੰਨੇ, ਅੱਜ ਜਿਹੜੇ 7 ਮਹੀਨਿਆਂ ਦੇ ਨਹੀਂ ਮੰਨੇ, ਸਾਡੇ ਉੱਥੋਂ ਕਹਿਣ ਤੋਂ ਕਿੱਥੋਂ ਮੰਨ ਲੈਂਦੇ? ਇਹਨਾਂ ਦੀ ਜਿਹੜੀ ਗਿੱਟ ਚਲੋ ਕਿਸਾਨ ਮੁੱਦੇ ਤੇ ਆ ਜਾਓ। ਅਡੈਨੀ ਇਮਾਨਾਂ ਨਾਲ ਅਸੀਂ ਕੋਈ ਕੋਸ਼ਿਸ਼ ਕੀਤੀ, ਇਮਾਨਦਾਰ ਨਾਲ ਕੀਤੀ, ਜੋ ਪਤਾ ਲੱਗਿਆ ਕਿ ਹੁਣ ਨਹੀਂ ਹੁੰਦਾ ਤਾਂ ਅਸੀਂ ਬਾਹਰ ਹੋ ਗਏ, ਤਾਂ ਉਹ ਜਦੋਂ ਮਰਜ਼ੀ। ਥੈਂਕ ਯੂ ਦੀਪਾ ਜੀ, ਬਿਲਕੁਲ। ਬਾਕੀ ਹੁਣ ਇਲੈਕਸ਼ਨ ਆ ਜਾਣਾ, ਲੋਕਾਂ ਚ ਓਪਨ ਹੈ, ਕਿਹੜੀ ਪਾਰਟੀ ਨੇ ਕੀ ਕੀਤਾ ਉਸ ਹਿਸਾਬ ਨਾਲ ਲੋਕ ਸੋਚਣਗੇ, ਕਿਸਨੂੰ ਸਜ਼ਾ ਦੇਣੀ ਹੈ, ਕਿਸਨੂੰ ਨਾਲ ਚੱਲਣਾ, ਲੋਕ ਵੇਖਣਗੇ। ਥੈਂਕ ਯੂ ਜਗਮੋਹਨ ਜੀ। ਜਦੋਂ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ, ਜਿੱਦਾਂ ਦੀਪਾ ਜੀ ਨੇ ਵੀ ਕਿਹਾ, ਡਾਕਟਰ ਸੰਧੂ ਨੇ ਵੀ ਕਿਹਾ ਕਿ ਹੁਣ ਪੰਜਾਬ ਵਿਧਾਨ ਸਭਾ ਦੀ ਇਲੈਕਸ਼ਨ ਆ ਜਾਣੀ ਹੈ, ਫੈਸਲਾ। ਜਗਮੋਹਨ ਜੀ ਤੁਸੀਂ ਆਪਣੀ ਗੱਲ ਕਰਿਓ। ਸਵਾਲ ਕਰਿਓ ਜੀ ਜਗਮੋਹਨ ਜੀ। ਹਾਂ, ਮੈਂ ਮਤਲਬ ਬਹੁਤ ਸਤਿਕਾਰ ਤੇ ਪਿਆਰ ਨਾਲ ਦੋਨੇ ਪਾਰਟੀਆਂ ਦੇ ਜਿਹੜੇ ਹੈਗੇ ਨੇ ਉਹਨਾਂ ਨੂੰ ਇਹ ਗੱਲ ਕਹਿਣਾ ਚਾਹੁੰਦਾ, ਇਸ ਹਮਾਮ 'ਚ ਥੋੜਾ ਬਹੁਤਾ ਸਾਰੇ ਨੰਗੇ ਨੇ। ਮੈਂ ਇਹ ਗੱਲ ਬੜੇ ਦ੍ਰਿੜ ਇਰਾਦੇ ਨਾਲ ਕਹੀ ਆ ਵੀ ਤੁਸੀਂ 2022 ਦੀਆਂ ਇਲੈਕਸ਼ਨਾਂ 'ਚ ਦੇਖ ਲਿਓ ਵੀ 32 ਕਿਸਾਨ ਜਥੇਬੰਦੀਆਂ ਇੱਕਮੁੱਠ ਹੋ ਕੇ ਚੋਣਾਂ ਨਹੀਂ ਲੜਨਗੀਆਂ। ਉਹ 'ਚੋਂ ਕੋਈ ਲੜ ਸਕਦੀਆਂ ਨੇ, ਹਰ ਜਥੇਬੰਦੀਆਂ ਡੈਮੋਕ੍ਰੇਟ ਇੰਡੀਪੈਂਡੈਂਟ ਨੇ, ਕੋਈ ਕਿਸੇ ਦੀ ਸਪੋਰਟ ਕਰ ਸਕਦੀਆਂ ਨੇ, ਪਰ ਬਹੁਤੀਆਂ ਜਥੇਬੰਦੀਆਂ ਨੇ ਆਪਦੀ ਜਥੇਬੰਦੀ ਕਹਿੰਦੇ ਅਸੀਂ ਚੋਣਾਂ ਨਹੀਂ ਲੜਾਂਗੇ। ਤਾਂ ਮੈਂ ਇਹ ਗੱਲ ਕਹਿਣਾ, ਇਸੇ ਕਰਕੇ ਮੈਂ ਇਸੇ ਕੌਨਫੀਡੈਂਸ ਨਾਲ ਇਹਨਾਂ ਨੂੰ ਇਸ ਹਮਾਮ ਦੇ ਵਿੱਚ ਕੁਝ ਨਾ ਕੋਈ ਜਿਹੜੇ ਹੈਗੇ ਸਿਆਸੀ ਆਗੂ ਸਾਰੇ ਨੰਗੇ ਨੇ, ਵੀ ਜਿੰਨੀ ਕੁ ਮੇਰੀ ਸਟੱਡੀ ਆ ਜਾਂ ਜਿੰਨਾ ਕੁ ਹੋਰ ਬਹੁਤ ਸਾਰੇ ਐਗਰੀਕਲਚਰ ਇਕਨੋਮਿਸਟਾਂ ਨੇ ਲਿਖ ਦਿੱਤਾ ਹੈ ਵੀ ਜਿਹੜਾ ਇਹ ਬਾਲੀ ਦੇ ਵਿੱਚ ਜਿਹੜਾ ਇੱਕ ਟੂਰਿਸਟ ਪਲੇਸ ਆ, ਉਹਦੀ ਜਿਹੜੀ ਉਹਦੇ ਵਿੱਚ ਜਿਹੜਾ ਇੱਕ ਵਰਲਡ ਬੈਂਕ ਦੀ ਇੱਕ ਮੀਟਿੰਗ ਹੋਈ ਸੀ 2012 ਦੇ ਵਿੱਚ, ਜਿਹਦੇ ਵਿੱਚ ਨਾ 2012 ਚ ਨਹੀਂ 2002 ਦੇ ਵਿੱਚ, ਜਿਹਦੇ ਕਮਲਨਾਥ ਜੀ, ਸਤਿਕਾਰਯੋਗ ਕਮਲਨਾਥ ਜੀ ਜਿਹੜੇ ਕਾਂਗਰਸ ਵੱਲੋਂ ਕਮਰਸ ਮਿਨਿਸਟਰ ਸਨ, ਉਹਨਾਂ ਨੇ ਐਗਰੀਮੈਂਟ ਔਨ ਐਗਰੀਕਲਚਰ ਉਹਦੇ ਤੇ ਸਾਈਨ UPA 2 ਵੇਲੇ ਹੋਏ ਨੇ, ਔਰ ਉਹਦੇ ਵਿੱਚ ਇਹ ਗੱਲ ਕੀਤੀ ਕਿ ਸਬਸਿਡੀਆਂ ਬੰਦ ਕਰਨ ਦੀ, MSP ਖਤਮ ਕਰਨ ਦੀ। ਇਹਦੀ ਇੰਡੀਆ ਗਵਰਨਮੈਂਟ ਦੇ ਉੱਤੇ ਇੰਟਰਨੈਸ਼ਨਲ ਵਰਲਡ ਬੈਂਕ ਦਾ ਜਾਂ ਇੰਪੀਰੀਅਲਿਸਟ ਸਾਮਰਾਜ ਦਾ ਜਾਂ ਜਿਹੜੇ ਕਾਰਪੋਰੇਟ ਘਰਾਣੇ ਨੇ ਉਹਨਾਂ ਦਾ ਪ੍ਰੈਸ਼ਰ ਇਹਨਾਂ ਨੇ ਮੰਨਿਆ ਕਾਂਗਰਸ ਨੇ। ਤੇ ਜਿੱਥੋਂ ਤੱਕ ਅਕਾਲੀ ਦਲ ਹੈ, ਬੀਬਾ ਹਰਸਿਮਰਤ ਕੌਰ ਨੇ ਜਿਹੜਾ ਅਸਤੀਫਾ ਦਿੱਤਾ ਉਹਦਾ ਅਸੀਂ ਵੈਲਕਮ ਕਰਦੇ ਹਾਂ, ਕੋਈ ਰੌਲਾ ਨਹੀਂ, ਪਰ ਇਹਨੇ ਥੋੜਾ ਜ਼ਮੀਨੀ ਹਕੀਕਤ ਕੰਧ ਤੇ ਲਿਖਿਆ ਪੜ੍ਹ ਕੇ, ਉਹ ਜਿਹੜਾ ਸਾਈਨ ਹੋਇਆ ਜਦੋਂ ਇਹ ਤਿੰਨੇ ਆਰਡੀਨੈਂਸਾਂ ਤੇ, ਤਾਂ ਉਸ ਕੈਬਨਿਟ ਦੀ ਮੀਟਿੰਗ ਬੀਬਾ ਹਰਸਿਮਰਤ ਕੌਰ ਨੇ ਅਟੈਂਡ ਕੀਤੀ ਆ, ਔਰ ਇਹਦੇ ਤੇ ਸਾਈਨ ਕੀਤੇ ਜਿਹੜੇ ਨੇ ਉਹ ਤੋਂ ਮੁੱਕਰ ਨਹੀਂ ਸਕਦੀ, ਉਹ ਪੱਕਾ ਕੀਤੇ ਹੋਏ ਨੇ। ਪਰ ਬਾਅਦ ਚ ਜੋ ਉਹਨਾਂ ਨੇ ਅਸਤੀਫਾ ਦੇ ਕੇ ਜੋ ਅਕਾਲੀ ਦਲ ਦਾ ਸਟੈਂਡ ਹੈ ਉਹ ਵੀ ਇੱਕ ਸਤਿਕਾਰਯੋਗ
ਚੰਗੀ ਗੱਲ ਆ। ਜੇ ਕਾਂਗਰਸ ਨੇ ਬਾਅਦ ਚ ਬੜੇ ਹੀ ਤਿੱਖੇ ਰੂਪ ਤੇ ਬਹੁਤ ਹੀ ਆਪਦੇ ਤੇਵਰਾਂ ਦੇ ਨਾਲ ਅੱਜ ਤੋਂ 3-4 ਸਾਲ ਪਹਿਲਾਂ ਉਹ ਕੋਈ 22 ਦੀਆਂ ਇਲੈਕਸ਼ਨ ਧਿਆਨ ਚ ਨਹੀਂ ਰੱਖਦਾ, ਕਾਨੂੰਨਾਂ ਨੂੰ ਰੱਦ ਕੀਤਾ, ਅਸੈਂਬਲੀ ਦਾ ਸਪੈਸ਼ਲ ਸੱਦ ਕੇ, ਔਰ ਕਦੀ ਇਹ ਨਹੀਂ ਹੋਇਆ ਕਿ ਕਿਸੇ ਇੱਕ ਚੀਫ ਮਿਨਿਸਟਰ ਸਾਰੇ ਹੀ ਐਮਐਲਏ ਨੂੰ, ਕੋਈ ਪੋਲੀਟਿਕਸ ਕੋਈ ਬੀਜੇਪੀ ਵਾਲਾ ਇੱਕ ਐਮਐਲਏ ਨੂੰ ਛੱਡ ਕੇ ਸਾਰੇ ਅਕਾਲੀ ਦਲ ਦੇ ਐਮਐਲਏ, ਸਾਰੇ ਆਪ ਦੇ ਐਮਐਲਏ ਗਵਰਨਰ ਹਾਊਸ ਜਾ ਕੇ ਆਪਦਾ ਅੰਗੂਠਾ ਲਾ ਕੇ ਆਏ ਹੋਣ ਵੀ ਇਹ ਜਿਹੜਾ ਕਾਨੂੰਨ ਹੈ ਬਣਨਾ ਨਹੀਂ ਚਾਹੀਦਾ, ਆਰਡੀਨੈਂਸ ਕਾਨੂੰਨ ਨਹੀਂ ਬਣਨਾ ਚਾਹੀਦਾ। ਇਸ ਲਈ ਇਹ ਜਿਨ੍ਹਾਂ ਨੇ ਜਿਸ ਕਿਸਮ ਦਾ ਇਤਿਹਾਸ ਸਿਰਜਿਆ ਇਹ ਸਾਡੇ ਮਨਾਂ 'ਚ ਵੀ ਹੈ, ਆਮ ਲੋਕਾਂ ਦੇ ਮਨਾਂ 'ਚ ਵੀ ਹੈ, ਔਰ ਇਹ ਜੋ ਕੁਛ ਹਿਸਟਰੀ ਆ ਉਹ ਅਸੀਂ ਸਟੇਜਾਂ ਤੋਂ ਵੀ ਬੋਲਦੇ ਹਾਂ। ਕੋਈ ਕਿਸੇ ਨੂੰ ਨੀਵਾਂ ਦਿਖਾਉਣ ਲਈ ਨਹੀਂ ਤੋਰਦੇ। ਉਹ ਜਿੰਨਾ ਕਿਸੇ ਨੇ ਮਤਲਬ ਗੁੜ ਪਾਇਆ ਉਹਨਾਂ ਮਿੱਠਾ ਉਹ ਖਾਊਗਾ ਹੀ ਖਾਊਗਾ, ਪਰ ਜਿੰਨਾ ਖੌੜਾ ਪਾਇਆ ਉਹਨਾਂ ਖੌੜਾ ਵੀ ਉਹਨੂੰ ਸਹਿਣਾ ਪਊਗਾ ਬਾਈ ਦੀ ਇਲੈਕਸ਼ਨ 'ਚ। ਬਾਅਦ ਚ ਮੈਂ ਦਿੰਦੇ ਜੀ ਜਗਮੋਹਨ ਜੀ, ਇੱਕ ਸਵਾਲ ਮੈਂ ਅੱਗੇ ਜਾਣ ਤੋਂ ਪਹਿਲਾਂ ਜ਼ਰੂਰ ਤੁਹਾਡੇ ਤੋਂ ਲੈਣਾ ਚਾਹਾਂਗਾ। ਜਿੱਦਾਂ ਤੁਸੀਂ ਕਿਹਾ ਕਿ ਪੰਜਾਬ ਦੀਆਂ ਸਾਰੀਆਂ ਜਿਹੜੀਆਂ ਰਾਜਸੀ ਧਿਰਾਂ ਜਿੰਨਾ ਉਹਨਾਂ ਨੇ ਗੁੜ ਪਾਇਆ, ਉਹਨਾਂ ਮਿੱਠੇ ਦੀ ਗੱਲ ਕੀਤੀ ਹੈ, ਤੁਸੀਂ ਉਹਨਾਂ ਦੀ ਸ਼ਲਾਘਾ ਵੀ ਕੀਤੀ ਹੈ ਜਿੱਥੇ ਚੰਗੇ ਸਟੈਂਡ ਲਏ ਹੈ। ਸਵਾਲ ਇਹ ਹੈ ਕਿ ਜਦੋਂ ਆਪਾਂ ਖੇਤੀ ਦੀ ਗੱਲ ਕਰਦੇ ਹਾਂ ਤਾਂ ਇਹ ਸਟੇਟ ਸਬਜੈਕਟ ਹੈ। ਇਸ ਮੁੱਦੇ ਤੇ ਕਿਉਂਕਿ ਜਦੋਂ ਇਲੈਕਸ਼ਨ ਹੋਣਗੇ ਤਾਂ ਨੈਚੁਰਲੀ ਜਿਹੜੀ ਸਟੇਟ ਸਬਜੈਕਟ ਹੈ ਤੇ ਇਹਦੇ ਮੁੱਦੇ ਦੀ ਗੱਲ ਆਏਗੀ। ਇਹ ਤਾਂ ਦੇਖੇਗੀ ਨਾ ਕਿਸਾਨ ਜਥੇਬੰਦੀਆਂ ਕਿ ਵੀ ਸਟੇਟ ਸਬਜੈਕਟ ਹੈ, ਤਾਂ ਜਦੋਂ ਇਹ ਪ੍ਰੋਬਲਮ ਆਉਣਗੀਆਂ ਕੇਂਦਰ ਨਹੀਂ ਮੰਨਦਾ ਤਾਂ ਕਿਹੜੀਆਂ ਰਾਜਸੀ ਧਿਰਾਂ ਜਿਹੜੀਆਂ ਇਹਨੂੰ ਸਟੇਟ ਸਬਜੈਕਟ ਦੇ ਤੌਰ ਤੇ ਡਟ ਕੇ ਸਟੈਂਡ ਲੈਣਗੀਆਂ ਕਿ ਅਸੀਂ ਇਸ ਤੋਂ ਟਸ-ਮਸ ਨਹੀਂ ਹੋਵਾਂਗੇ, ਅਸੀਂ ਇਸ ਤੇ ਸਟੈਂਡ ਲਵਾਂਗੇ, ਸਾਡੀ ਸਰਕਾਰ ਰਹੇ ਜਾਂ ਨਾ ਰਹੇ। ਇਹ ਮਾਮਲਾ ਤਾਂ ਕਿਸਾਨ ਜਥੇਬੰਦੀਆਂ ਦੇਖਣਗੀਆਂ ਕਿਉਂਕਿ ਹੁਣ ਫੇਰ ਇੱਕ ਪਰਖ ਦੀ ਘੜੀ ਆਉਣੀ ਹੈ। ਜੀ ਜਗਮੋਹਨ ਜੀ। ਬਿਲਕੁਲ ਜੀ, ਇਹ ਸਟੇਟ ਸਬਜੈਕਟ ਅੱਜ ਤੱਕ ਸਟੇਟ ਸਬਜੈਕਟ ਰਿਹਾ ਹੈ। ਕੋਈ ਮਾਡਲ ਐਕਟ ਬਣਾ ਕੇ ਸਟੇਟਾਂ ਨੂੰ ਨਿਰਦੇਸ਼ ਡਾਇਰੈਕਸ਼ਨ ਦੇ ਸਕਦੀਆਂ ਨੇ ਵੀ ਤੁਸੀਂ ਜੇ ਕਾਨੂੰਨ ਨੂੰ ਲਾਗੂ ਕਰਨਾ ਲਾਗੂ ਕਰ ਲਓ, ਨਹੀਂ ਕਰਨਾ ਨਾ ਕਰ ਲਓ, ਜੇ ਚ ਅਮੈਂਡਮੈਂਟਾਂ ਕਰਕੇ ਲਾਗੂ ਕਰਨਾ ਅਮੈਂਡਮੈਂਟਾਂ ਕਰਕੇ ਲਾਗੂ ਕਰ ਲਓ, ਅਦਰਵਾਈਜ਼ ਸਿੱਧਾ ਕਾਨੂੰਨ ਬਣਾ ਕੇ ਐਗਰੀਕਲਚਰ ਤੇ ਸਟੇਟਾਂ ਤੇ ਠੋਸ ਨਹੀਂ ਸਕਦੀਆਂ। ਇਹਦੇ ਲਈ ਹਰੇਕ ਪੋਲੀਟੀਕਲ ਪਾਰਟੀ ਜਿਹੜੀ ਜਮਹੂਰੀਅਤ ਚ ਵਿਸ਼ਵਾਸ ਰੱਖਦੀ ਹੈ, ਜਿਹੜੀ ਸੰਘੀ ਢਾਂਚੇ ਚ ਵਿਸ਼ਵਾਸ ਰੱਖਦੀ ਆ, ਜਿਹੜੀ ਮਤਲਬ ਕੇਂਦਰੀਕਰਨ ਕਰਨਾ ਚਾਹੇ ਮਤਲਬ ਇੰਦਰਾ ਨੇ ਐਮਰਜੈਂਸੀ ਵੇਲੇ ਕੀਤਾ ਸੀ ਜਾਂ ਹੁਣ ਬੀਜੇਪੀ ਨੇ ਪਿਛਲੇ 7-8 ਸਾਲ ਤੋਂ ਕੀਤਾ ਹੋਇਆ, ਉਹ ਬਹੁਤ ਭੈੜੀ, ਕਾਂਗਰਸ ਨੂੰ ਵੀ ਭੈੜੀ ਤਰ੍ਹਾਂ, ਇੰਦਰਾ ਗਾਂਧੀ ਨੂੰ ਵੀ ਭੈੜੀ ਤਰ੍ਹਾਂ। ਇਹਦੇ ਵਿਰੁੱਧ ਜਿਹੜਾ ਵੀ ਕੋਈ ਸੰਘੀ ਢਾਂਚੇ ਵਿਸ਼ਵਾਸ ਰੱਖਦਾ ਉਹਨੂੰ ਜ਼ੋਰ ਸ਼ੋਰ ਨਾਲ ਆਪਦੇ ਪ੍ਰਾਪੇਗੰਡੇ 'ਚ, ਆਪਦੇ ਇਲੈਕਸ਼ਨ ਮੈਨੀਫੈਸਟੋ 'ਚ ਲੋਕਾਂ ਦੇ ਸਾਹਮਣੇ ਲੈ ਕੇ ਜਾਣਾ ਚਾਹੀਦਾ ਹੈ, ਔਰ ਉਹਦਾ ਫਰਜ਼ ਬਣਦਾ ਹੈ, ਔਰ ਇਹੋ ਹੀ ਅੱਜ ਸਮੇਂ ਦੀ ਹਕੀਕਤ ਹੈ। ਜੀ ਡਾਕਟਰ ਸੰਧੂ, ਤੁਸੀਂ ਕਮੈਂਟਸ ਕਰਨਾ ਚਾਹੁੰਦੇ ਸੀ? ਜੀ ਨਹੀਂ, ਮੈਂ ਤਾਂ ਜੀ ਇੰਨਾ ਕਹਿਣਾ ਚਾਹੁੰਦਾ ਵੀ ਇੱਥੇ ਬੈਠ ਕੇ ਡਿਬੇਟ ਦੇ ਵਿੱਚ ਤੁਸੀਂ ਇਹ ਸਮਝੋ ਵੀ ਮੈਂ ਪਾਰਟੀ ਦਾ ਪ੍ਰਵਕਤਾ, ਇਸ ਕਰਕੇ ਪਾਰਟੀ ਦਾ ਪੱਖ ਪੂਰਨਾ ਜ਼ਰੂਰੀ ਹੈ। ਮੈਂ ਬੜੀ ਚੀਜ਼ ਇੱਕ ਗੱਲ ਕਲੀਅਰ ਕਰਦੇ ਹਾਂ ਅੱਜ ਕਿ ਕਾਂਗਰਸ ਪਾਰਟੀ ਦੇ ਮੈਨੀਫੈਸਟੋ ਦੇ ਵਿੱਚ ਜੋ ਕੁਝ ਵੀ ਅਸੀਂ ਲਿਖਿਆ ਸੀ ਉਹਦੇ ਵਿੱਚ ਅੱਜ ਕਿਉਂ ਸਾਡੀ ਪਾਰਟੀ ਦੇ ਵਿੱਚ ਐਮਐਲਏ ਤੱਕ ਆਵਾਜ਼ ਉਠਾ ਰਹੇ ਆ, ਸਾਡੇ ਆਪਦੇ ਲੋਕ, ਮੈਂ ਆਵਾਜ਼ ਉਠਾ ਰਿਹਾ, ਨਵਜੋਤ ਸਿੰਘ ਸਿੱਧੂ ਆਵਾਜ਼ ਉਠਾ ਰਿਹਾ, ਸਾਰੇ ਆਵਾਜ਼ ਉਠਾ ਰਹੇ। ਇਸ ਕਰਕੇ ਨਹੀਂ ਵੀ ਅਸੀਂ ਪਾਰਟੀ ਦੇ ਵਿਅਕਤੀ ਵਿਸ਼ੇਸ਼ ਦੇ ਉਲਟ ਹੈ। 4 ਸਾਲ ਦਾ ਜਿਹੜਾ ਵਕਫਾ ਸੀ ਉਹਦੇ ਵਿੱਚ ਬਹੁਤ ਕੁਝ ਹੋਰ ਹੋ ਸਕਦਾ ਸੀ ਜਿਹੜਾ ਇਸ ਲੀਡਰਸ਼ਿਪ ਨੇ ਨਹੀਂ ਕੀਤਾ, ਨਹੀਂ ਹੋਇਆ। ਜੀ ਮੈਂ ਤਾਂ ਤੁਹਾਡੀ ਡਿਬੇਟ ਤੇ ਹਮੇਸ਼ਾ ਕਹਿੰਦਾ ਕਿ ਬਹੁਤ ਸਲੋ ਹੈ, ਬਹੁਤ ਸਲੋ ਹੈ, ਬਹੁਤ ਸਲੋ ਹੈ, ਪਹਿਲੀ ਡਿਬੇਟ ਤੋਂ ਲੈ ਕੇ ਅੱਜ ਤੱਕ ਕਹਿ ਰਿਹਾ ਮੈਂ। ਲੇਕਿਨ ਇਹਦੇ ਚ ਕੋਈ ਦੋ ਰਾਏ ਨਹੀਂ। ਇਮਾਨਦਾਰੀ ਵਾਲੇ ਕਮੈਂਟਸ ਆ, ਤੁਸੀਂ ਇਮਾਨਦਾਰੀ ਵਾਲੇ ਕਮੈਂਟਸ ਆ, ਕਿਸੇ ਗੱਲ ਨੂੰ ਮੰਨ ਲੈਣਾ, ਸਬਟ ਕਰ ਲੈਣਾ, ਕਿਉਂਕਿ ਸਾਰੇ ਪੰਜਾਬੀ ਸੁਣ ਰਹੇ ਆ, ਦੇਖ ਰਹੇ। ਜੀ ਮੇਰੀ ਸੁਣ ਲਓ। ਲੇਕਿਨ ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਕਿਸੇ ਵੀ ਜਿਹੜਾ ਪਾਰਟੀ ਲੀਡਰ ਕਹਿੰਦਾ ਨਾ ਵੀ ਮੈਂ ਬੜਾ ਲੀਡਰ ਹੈ, ਮੈਂ ਕਹਿੰਦਾ ਕਿਸਾਨਾਂ ਦੇ ਕੋਲ ਜਾ ਕੇ ਕਿਸਾਨਾਂ ਤੋਂ ਲੀਡਰਸ਼ਿਪ ਸਿੱਖੋ ਕਿ ਪੀਸਫੁਲ ਐਜੀਟੇਸ਼ਨ ਇੰਨੇ ਲੰਮੇ ਅਰਸੇ ਵਾਸਤੇ ਲੱਖਾਂ ਲੋਕਾਂ ਨੂੰ ਨਾਲ ਲੈ ਕੇ ਤੁਰ ਕੇ ਔਰ ਇੱਕ ਵੀ ਵਾਇਲੈਂਟ ਇਨਸੀਡੈਂਟ ਨਾ ਹੋਣਾ, ਦੈਟ ਇਜ਼ ਲੀਡਰਸ਼ਿਪ। ਸਿੱਖੋ ਉਹਨਾਂ ਤੋਂ ਬਈ ਮੁੱਦੇ ਤੇ ਕਿਵੇਂ ਇਕੱਠੇ ਹੋਈਦਾ। ਅੱਜ ਪੰਜਾਬ ਦਾ ਬੇੜਾ ਗਰਕ ਕੀਤਾ ਪਿਆ, ਇਹ ਉਹਨਾਂ 4-5 ਫੈਮਲੀਆਂ ਨੇ ਜਿਹਦਾ ਮਤਲਬ ਸਾਰੇ ਪੰਜਾਬ ਦਾ ਨਾਸ ਵਜਿਆ ਪਿਆ। ਅੱਜ ਇੱਥੇ ਸਾਰੇ ਉਹਨਾਂ ਚੀਜ਼ਾਂ ਤੋਂ, ਪਾਰਟੀਆਂ ਤੋਂ ਉੱਪਰ ਉੱਠ ਕੇ ਕਿਸਾਨਾਂ ਵਾਂਗੂ ਲੀਡਰਸ਼ਿਪ ਦੇ ਕੇ ਪੰਜਾਬ ਨੂੰ ਉੱਪਰ ਉਭਾਰਨ ਦਾ ਰਸਤਾ ਲੱਭ ਕੇ ਬਲੂਪ੍ਰਿੰਟ ਬਣਾਓ ਸਾਰੇ, ਤਾਂ ਕਿ ਇਕੱਠੇ ਹੋ ਕੇ ਪੰਜਾਬੀ ਸਾਰੇ ਪੰਜਾਬ ਨੂੰ ਕੱਢੀਏ ਇਸ ਦਲਦਲ ਚੋਂ। 3 ਲੱਖ ਕਰੋੜ ਦਾ ਕਰਜ਼ਾ ਤੇ ਕਈ ਲੱਖ ਕਰੋੜ ਦਾ ਅਡਾਨੀਆਂ ਅੰਬਾਨੀਆਂ ਦੇ ਕਰਜ਼ੇ ਮਾਫ, ਸਾਡੇ ਕਿਸਾਨ ਦਾ ਕੋਈ ਕਰਜ਼ਾ ਮਾਫ ਨਹੀਂ। ਜੇ ਅਸੀਂ ਪ੍ਰੋਮਿਸ ਕਰਤਾ ਕਰਾਂਗੇ, ਸਾਡੇ ਕੋਲੇ ਪੈਸੇ ਜਿੰਨੇ ਅਸੀਂ ਚਾਹੋ 2-4-7 ਕਰੋੜ ਰੁਪਇਆ ਦੇਤਾ। ਇੱਕ ਆਪੋਜੀਸ਼ਨ ਵਾਲੇ ਜਿਹਨਾਂ ਨੇ ਦਿੱਤਾ ਕੱਖ ਨਹੀਂ। ਕੀ ਦਿੱਤਾ ਜੀ? ਸਾਰਾ ਤਾਂ ਮਾਫ ਹੋਇਆ ਨਹੀਂ ਜੀ। ਅਮਰਿੰਦਰ ਨੇ ਕਿਹਾ ਸੀ ਜੀ ਉਹਦੇ ਕੋਈ ਉਹ ਹੈ ਨਹੀਂ ਗੋਗਿਆ ਪਾਤਸ਼ਾਹ ਦਾ ਐਂ ਕਰਕੇ ਗਿੱਲੀ ਕਰਕੇ ਕਰ ਦੂਗਾ। ਗੱਲ ਸਿਰਫ ਇਹ ਹੈ ਕਿ ਕਿਸਾਨਾਂ ਦੇ ਨਾਲ ਖੜੇ ਆ, ਪਾਰਟੀਆਂ ਬਾਅਦ ਚ ਨੇ। ਸਾਡਾ ਕਿਸਾਨ, ਸਾਡਾ ਸੂਬਾ, ਸਾਡਾ ਐਗਰੀਕਲਚਰ ਪ੍ਰਧਾਨ ਸੂਬਾ, ਇਹਨੂੰ ਬਚਾਉਣਾ ਪ੍ਰਾਇੋਰਟੀ ਹੈ। ਡਾਕਟਰ ਸੰਧੂ, ਬਿਲਕੁਲ
ਔਰ ਬੇਅਦਬੀ ਦੇ ਮੁੱਦੇ ਤੇ ਆਪਾਂ ਕਿਤੇ ਫਿਰ ਚਰਚਾ ਕਰ ਲਾਂਗੇ, ਉਹਨਾਂ ਨੂੰ ਸਜ਼ਾ ਦੇਣੀ। ਦੋ ਹੀ ਮੁੱਦੇ ਆ ਸਾਡੇ ਵਾਸਤੇ। ਮਿਹਰਬਾਨੀ ਨਾਲ ਹੈ ਕਿਸਾਨਾਂ ਦੇ ਹਮੇਸ਼ਾ। ਥੈਂਕ ਯੂ ਦੀਪਾ ਜੀ। ਜਿਸ ਮਾਮਲੇ ਤੇ ਗੱਲ ਕਰ ਰਹੇ ਹਾਂ, ਮੈਂ ਇਸ ਮਾਮਲੇ ਤੇ ਵੀ ਸਵਾਲ ਲਵਾਂਗਾ ਕਿਉਂਕਿ ਐਗਰੀਕਲਚਰ ਦੀ ਗੱਲ ਕਰਦੇ ਆਪਾਂ, ਖੇਤੀਬਾੜੀ ਸਟੇਟ ਸਬਜੈਕਟ ਹੈ। ਜਾਂ ਤੁਸੀਂ ਕਿਹਾ ਕਿ ਅਕਾਲੀ ਦਲ ਹਾਈ ਕਿਸਾਨੀ ਦੀ ਨੁਮਾਇੰਦਗੀ ਕਰਦਾ। ਕੱਲ ਨੂੰ ਜਦੋਂ ਇਲੈਕਸ਼ਨਸ ਆਉਣਗੀਆਂ ਇਸ ਮੁੱਦੇ ਤੇ ਫਿਰ ਇਹ ਦ੍ਰਿੜਤਾ ਅਕਾਲੀ ਦਲ ਦਿਖਾਏਗਾ ਕਿ ਸਟੇਟ ਸਬਜੈਕਟ ਹੈ, ਇਹਦੇ 'ਚ ਕੋਈ ਵੀ ਤਬਦੀਲੀ ਆਏਗੀ ਤਾਂ ਕੇਂਦਰ ਨੂੰ ਅਸੀਂ ਇਸ ਦੇ ਖਿਲਾਫ ਡਟ ਕੇ ਸਟੈਂਡ ਲਵਾਂਗੇ। ਜਗਤਾਰ ਜੀ, ਪਹਿਲਾਂ ਤਾਂ ਮੈਂ ਡਾਕਟਰ ਗੁਰਪ੍ਰੀਤ ਸਿੰਘ ਸੰਧੂ ਦਾ ਕੋਈ ਸਾਡਾ ਕੰਮ ਬੜਾ ਆਸਾਨ ਕਰ ਦਿੰਦੇ ਆ ਜੋ ਅਸੀਂ ਕਾਂਗਰਸ ਦੇ ਖਿਲਾਫ ਜਾਂ ਮੈਂ ਤੁਹਾਡਾ ਕੰਮ ਨਹੀਂ ਸਾਨ ਕਰਦਾ, ਮੈਂ ਆਪਦਾ ਦਿਲ ਬੋਲਦਾ ਮੇਰਾ। ਉਹ ਇੱਕ ਮਿੰਟ ਹੁਣ ਮੇਰੀ ਗੱਲ ਸੁਣੋ, ਤੁਹਾਡਾ ਦਿਲ ਰੋਂਦਾ। ਮੇਰੀ ਤਾਰੀਫ ਅਕਾਲੀਆਂ ਤੋਂ ਨਹੀਂ ਚਾਹੀਦੀ, ਮੈਨੂੰ ਤਾਰੀਫ ਬੜੀ ਮਿਹਰਬਾਨੀ, ਮੈਨੂੰ ਅਕਾਲੀਆਂ ਤੋਂ ਤਾਰੀਫ ਨਹੀਂ ਚਾਹੀਦੀ। ਮੈਂ ਦਿਲੋਂ ਬੋਲਦਾ ਜੋ ਮੇਰੇ ਦਿਲ 'ਚ ਆ, ਮੈਂ ਕਹਿ ਦਿੰਦਾ। ਸਾਡੀ ਗੱਲ ਉਹ ਡਾਕਟਰ ਸਾਹਿਬ ਹੌਸਲਾ ਰੱਖੋ ਆਪਦਾ, ਮੇਰੀ ਗੱਲ ਸੁਣੋ, ਮੈਨੂੰ ਤਾਂ ਬੋਲਣ ਦਿਓ। ਅਸੀਂ ਤਾਂ ਤੁਹਾਡੀ ਤਾਰੀਫ ਨਹੀਂ ਕਰ ਰਹੇ, ਅਸੀਂ ਤਾਂ ਇਹ ਕਹਿੰਦੇ ਆ ਬਿਲਕੁਲ ਜਿਹੜੇ ਇਹਨਾਂ ਦੇ ਕਾਂਗਰਸ ਦੇ ਵਰਕਰ ਹੈ, ਇਹਨਾਂ ਦੇ MLA ਹੈ, ਇਹਨਾਂ ਦੇ ਮੰਤਰੀ ਹੈ, ਹਾਏ ਤੋਬਾ ਕਰੀ ਜਾਂਦੇ ਇਸ ਪਾਰਟੀ ਤੋਂ, ਇਹਨਾਂ ਦੀ ਲੀਡਰਸ਼ਿਪ ਤੋਂ, ਜਿਵੇਂ ਇਹਨਾਂ ਨੇ ਪਾਰਟੀ ਤੋਂ ਨਹੀਂ ਕਰ ਰਹੇ। ਇਹਨਾਂ ਦਾ ਪਤਾ ਲੱਗ ਰਿਹਾ, ਪਤਾ ਕਰ ਰਹੇ, ਪਤਾ ਹੀ ਹੈ ਕਿੱਥੇ ਪਾਰਟੀ ਖੜੀ ਹੈ। ਚਲੋ ਆਪਾਂ ਪੋਲੀਟੀਕਲ ਦੀਪਾ ਜੀ, ਮੇਰੀ ਬੇਨਤੀ ਹੈ ਆਪਾਂ ਪੋਲੀਟੀਕਲ ਕਿਸਾਨਾਂ ਦੇ ਮੁੱਦੇ ਤੇ ਗੱਲ ਕਰੋ। ਕਿਸਾਨੀ ਮੁੱਦੇ ਤੇ ਦੀ ਜਿਹੜੀ ਗੱਲ ਹੈ, ਅਗਲਾ ਜਿਹੜਾ 2022 ਦਾ ਇਲੈਕਸ਼ਨ ਆਉਂਦਾ, ਜਿਵੇਂ ਉੱਪਲ ਸਾਹਿਬ ਨੇ ਦੱਸਿਆ ਕਿ ਸ਼ਾਇਦ ਕਿਸਾਨ ਜਥੇਬੰਦੀਆਂ ਇਹਦੇ 'ਚ ਨਹੀਂ ਕੁੱਦਣਗੀਆਂ, ਬੜਾ ਉਹਨਾਂ ਨੇ ਕਲੀਅਰ ਦੱਸਿਆ। ਤਾਂ ਮੋਟੇ ਤੌਰ ਤੇ 4 ਪਾਰਟੀਆਂ, ਸ਼੍ਰੋਮਣੀ ਅਕਾਲੀ ਦਲ ਹੈ, ਕਾਂਗਰਸ ਪਾਰਟੀ ਹੈ, ਆਮ ਆਦਮੀ ਪਾਰਟੀ ਹੈ ਤੇ BJP ਹੈ। ਇਹਨਾਂ ਚੋਂ ਜਿਹੜੀਆਂ 3 ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਉਹ ਨੈਸ਼ਨਲ ਪਾਰਟੀ ਹੈ, ਔਰ ਇੱਕੋ ਹੀ ਪਾਰਟੀ ਹੈ ਜਿਹੜੀ ਰੀਜਨਲ ਪਾਰਟੀ ਹੈ, ਉਹ ਸ਼੍ਰੋਮਣੀ ਅਕਾਲੀ ਦਲ। ਜਿਹੜੀਆਂ ਨੈਸ਼ਨਲ ਪਾਰਟੀਆਂ ਉਹਨਾਂ ਨੇ ਆਪਣਾ ਨੈਸ਼ਨਲ ਏਜੰਡਾ ਵੇਖ ਕੇ, ਆਪਦੀ ਹਾਈ ਕਮਾਂਡ ਜਿਹੜੀ ਦਿੱਲੀ ਬੈਠੀ ਆ ਉਹਨੂੰ ਵੇਖ ਕੇ ਆਪਦਾ ਏਜੰਡਾ ਤਿਆਰ ਕਰਨਾ ਪੈਂਦਾ। ਕਈ ਵਾਰ ਉਹਨਾਂ ਦਾ ਮਨ ਵੀ ਕਰਦਾ ਕਿ ਪੰਜਾਬ ਦੇ ਹੱਕ 'ਚ ਨਹੀਂ ਹੈ ਗੱਲ, ਪਰ ਦਿੱਲੀ ਵੱਲ ਨਹੀਂ ਵੇਖਦੇ ਕਿ ਦਿੱਲੀ ਦੀ ਲੀਡਰਸ਼ਿਪ ਕੀ ਕਹਿੰਦੀ ਹੈ। ਜਿਵੇਂ ਕੇਜਰੀਵਾਲ ਹੈ, ਪਾਣੀਆਂ ਦੇ ਮੁੱਦੇ ਤੇ ਪੰਜਾਬ ਤੇ ਕੁਝ ਕਹਿੰਦੇ ਆ, ਹਰਿਆਣੇ 'ਚ ਜਾ ਕੇ ਕੁਝ ਕਹਿੰਦੇ ਆ, ਦਿੱਲੀ 'ਚ ਜਾ ਕੇ ਕੁਝ ਕਹਿੰਦੇ ਆ। ਸੋ ਇਸ ਤਰ੍ਹਾਂ ਸ਼੍ਰੋਮਣੀ ਕਿ ਜਿਹੜਾ ਆਪਦੀ ਪਾਰਟੀ ਆਪਦਾ ਮਾਰੂ ਛਾਵੇਂ ਸਿੱਟੂ, ਕਮੀਆਂ ਪੇਸ਼ੀਆਂ ਹੁੰਦੀਆਂ ਸਾਰੀਆਂ ਪਾਰਟੀਆਂ ਹੋ ਸਕਦੀਆਂ, ਜਾਣੇ ਆਪਣੇ ਕੋਲ ਸਮਾਂ ਨਹੀਂ, ਪਰ ਫਿਰ ਵੀ ਰੀਜਨਲ ਪਾਰਟੀ ਹੈ। ਰੀਜਨਲ ਪਾਰਟੀ ਜੋ ਪੰਜਾਬ ਦਾ ਸੋਚੂਗੀ, ਹੋਰ ਕੋਈ ਪਾਰਟੀ ਨਹੀਂ ਸੋਚ ਸਕਦੀ। ਜੋ ਪੰਜਾਬ ਬਿਲਕੁਲ ਤੁਹਾਡੀ ਗੱਲ ਆ ਗਈ, ਰੀਜਨਲ ਪਾਰਟੀ ਸੋਚੂਗੀ, ਕੋਈ ਦੂਜੀ ਨਹੀਂ ਸੋਚ ਸਕਦੀ। ਜੀ ਜਗਮੋਹਨ ਜੀ, ਆਖਰੀ ਸਵਾਲ ਇਸ ਮੁੱਦੇ ਤੇ ਬਹਿਸ ਦਾ ਉਹ ਹੈ, ਬਹੁਤ ਸਾਰੇ ਮਾਮਲਾ ਆਪਾਂ ਇਲੈਕਸ਼ਨ ਦੀ ਗੱਲ ਵੀ ਕੀਤੀ ਹੈ। ਡਾਕਟਰ ਸੰਧੂ, ਮੈਂ ਤੁਹਾਡੇ ਕੋਲ ਆ ਰਿਹਾ। ਜਗਮੋਹਨ ਜੀ, ਮੈਂ ਸਵਾਲ ਇਹ ਲੈਣ ਲੱਗਿਆ ਹੈ ਕਿਉਂਕਿ ਸਮੁੱਚੇ ਪੰਜਾਬੀ ਤੁਹਾਨੂੰ ਸੁਣ ਰਹੇ ਆ, ਦੁਨੀਆ ਭਰ 'ਚ ਬੈਠੇ ਲੋਕ ਸੁਣ ਰਹੇ ਆ। ਕੇਂਦਰ ਮੰਨਦਾ ਜਾਂ ਨਹੀਂ ਮੰਨਦਾ, ਲੜਾਈ ਲੰਬੀ ਹੁੰਦੀ ਹੈ। ਕਿਸਾਨ ਅੰਦੋਲਨ, ਕਿਸਾਨ ਨੇਤਾ ਇਸ ਮਾਮਲੇ ਤੇ ਇਕਮੁੱਠ ਹੈ ਕਿ ਜਦ ਤੱਕ 3 ਖੇਤੀ ਕਾਨੂੰਨ ਰੱਦ ਨਹੀਂ ਹੋਣਗੇ ਅਸੀਂ ਘਰਾਂ ਨੂੰ ਵਾਪਸ ਨਹੀਂ ਮੁੜਾਂਗੇ। ਇੱਕ ਸਵਾਲ ਬਣਦਾ ਹੀ ਬਣਦਾ ਜਗਮੋਹਨ ਜੀ ਤੁਹਾਡੇ ਤੋਂ। ਇਹ ਤਾਂ ਬਿਲਕੁਲ ਜੀ, ਇਹ ਤਾਂ ਕੰਧ ਤੇ ਲਿਖਿਆ ਹੋਇਆ ਜੀ, ਹਕੀਕਤ ਆ। ਦੇਖੋ, ਅਸੀਂ ਮੈਂ ਪਹਿਲਾਂ ਵੀ ਕਹਿ ਕੇ ਹਟਿਆ ਵੀ ਹਰ ਤਬਕੇ ਨੇ, ਸਿਰਫ ਕਿਸਾਨੀ ਨੇ ਨਹੀਂ, ਹਰ ਤਬਕੇ ਨੇ, ਅਸੀਂ ਜਿਹਦੇ ਵੱਲ ਆਵਾਜ਼ ਨਹੀਂ ਕੀਤੀ, ਇਸ਼ਾਰਾ ਵੀ ਕੀਤਾ, ਜੋ ਮੰਗਿਆ ਉਹ ਸਾਨੂੰ ਦਿੱਤਾ। ਇੰਨਾ ਭਰਵਾਂ ਹੰਗਾਰਾ ਦਿੱਤਾ ਹੀ ਨਹੀਂ, ਦੇ ਰਹੇ ਨੇ, ਗਾਂ ਦੇਣ ਦਾ ਵਾਅਦਾ ਕਰਦੇ ਨੇ, ਜਾਨੀ ਪਾਰਟਿਸਿਪੇਸ਼ਨ ਦੇ ਪੱਖ ਤੋਂ, ਹੋਰ ਕਿਸੇ ਚੀਜ਼ ਤੋਂ। ਜੇ ਸਾਨੂੰ ਐ ਸੀ 26 ਜਨਵਰੀ ਨੂੰ 10,000 ਟਰੈਕਟਰ ਆ ਜਾਏ ਤੇ ਉਹ ਲੱਖ ਟਰੈਕਟਰ ਪਹੁੰਚ ਗਿਆ ਉੱਥੇ। ਇਸ ਕਰਕੇ ਵਿੱਚੋਂ ਡੈਂਟ ਪਾਉਣ ਦੀਆਂ ਕੋਸ਼ਿਸ਼ਾਂ ਪਹਿਲਾਂ ਵੀ ਜਾਰੀ ਰਹੀਆਂ ਨੇ, ਲੋਕ ਵਿਰੋਧੀ ਸ਼ਕਤੀਆਂ ਵੱਲੋਂ, ਗਾਂ ਵੀ ਜਾਰੀ ਹੋਣਗੀਆਂ। ਅਸੀਂ ਉਹਨਾਂ ਤੋਂ ਕਿਵੇਂ ਬਚਾਉਣਾ, ਉਹਦੇ ਲਈ ਵੀ ਅਸੀਂ ਬਹੁਤ ਅੱਗੇ ਨੂੰ ਸਿਆਣੇ ਹੋ ਗਏ ਆ, ਚੇਤਨ ਹੋ ਗਏ ਆ। ਇਹ ਸਾਡਾ ਮਤਲਬ ਛਾਤੀ ਚੌੜੀ ਹੋ ਜਾਂਦੀ ਆ ਕਿ ਸਾਨੂੰ ਜਿੰਨਾ ਸਹਿਯੋਗ, ਜਿੰਨਾ ਪਿਆਰ, ਜਿੰਨਾ ਸਤਿਕਾਰ ਸਾਰੇ ਲਕਾਈ ਨੇ ਦਿੱਤਾ ਹੈ, ਪਰ ਇਸ ਛਾਤੀ ਚੌੜੀ ਦੇ ਨਾਲ ਸਾਡੇ ਸਿਰ ਦੇ ਉੱਤੇ ਇੱਕ ਬਹੁਤ ਵੱਡਾ ਪਹਾੜ ਆ ਜਾਂਦਾ ਹੈ ਵੀ ਅਸੀਂ ਜੇ ਜਾਣਾ ਹੈ, ਬਹੁਤ ਸਨਮਾਨਯੋਗ ਪੂਰੇ ਕਾਨੂੰਨ ਰੱਦ ਕਰਾ ਕੇ, MSP ਦਾ ਹੱਲ ਕਰਾ ਕੇ ਘਰਾਂ ਨੂੰ ਵਾਪਸ ਜਾਣਾ। ਨਹੀਂ ਤਾਂ ਫਿਰ ਘਰਾਂ ਨੂੰ ਵਾਪਸ ਜਾਣ ਦੀ ਕੋਈ ਲੋੜ ਨਹੀਂ, ਉਹ ਤਾਂ ਮਰਨ ਨਾਲ ਵੀ ਭੈੜਾ ਹੈ, ਕਾਲਾ ਮੂੰਹ ਕਰਾਉਣ ਵਾਲੀ ਗੱਲ ਹੈ। ਫਿਰ ਤਿਹਾੜ ਜੇ ਸਾਨੂੰ ਸਾਰਿਆਂ ਜ਼ਮਾਨਤਾਂ ਕਹੀਏ, ਬੜੀਆਂ ਤਿਹਾੜ ਜੇਲਾਂ ਬਾਹਰੋਂ ਦੇਖ ਆਏ ਅਸੀਂ, ਸਾਨੂੰ ਤਿਹਾੜ ਜੇਲਾਂ ਡੱਕ ਲੈਣ, ਗੋਲੀ ਮਾਰਨ, ਲਾਠੀ ਚਾਰਜ ਕਰਨ। ਅਸੀਂ ਆਵਾਂਗੇ ਤਾਂ ਪੰਜਾਬ 'ਚ ਵਾਪਸ ਜਿੱਤ ਕੇ ਹੀ ਆਵਾਂਗੇ। ਜੀ ਬਹੁਤ ਮਿਹਰਬਾਨੀ ਜਗਮੋਹਨ ਜੀ, ਜਿਹੜੀ ਤੁਸੀਂ ਗੱਲ ਕਹਿ ਰਹੇ ਹੋ, ਜਿੱਦਾਂ ਡਾਕਟਰ ਸੰਧੂ ਨੇ ਕਿਹਾ, ਦੀਪਾ ਜੀ ਨੇ ਕਿਹਾ, ਤੇ ਜਿਹੜੇ ਡਿਬੇਟਸ ਨਹੀਂ ਹੈ, ਹਜ਼ਾਰਾਂ ਲੋਕ ਜਿਹੜੇ ਤੁਹਾਨੂੰ ਦੇਖ ਰਹੇ ਆ, ਸੁਣ ਰਹੇ ਆ, ਤੁਹਾਡੇ ਨਾਲ ਹੈ ਇਸ ਮੁੱਦੇ ਤੇ ਆਉਣ ਦੇ ਲਈ। ਮੈਂ ਕਿਸਾਨ ਨੇਤਾ ਜਗਮੋਹਨ ਜੀ, ਡਾਕਟਰ ਸੰਧੂ, ਦੀਪਾ ਜੀ, ਤਿੰਨਾਂ ਦਾ ਬਹੁਤ ਬਹੁਤ ਧੰਨਵਾਦੀ ਤਾਂ ਹਾਂ ਹੀ ਹੈ। ਬਹਿਸ ਦੇ ਅੰਦਰ ਕਿਸਾਨ ਅੰਦੋਲਨ ਨੂੰ ਲੈ ਕੇ ਇੱਕ ਗੱਲ ਜਿਹੜੀ ਉੱਭਰ ਕੇ ਸਾਹਮਣੇ ਆ ਰਹੀ ਹੈ, ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਭਾਜਪਾ ਦੇ ਲਈ ਪੰਜਾਬ 'ਚ ਵੜਨਾ ਬੜਾ ਔਖਾ ਹੋਏਗਾ।
ਜੇ ਕਿਸਾਨ ਅੰਦੋਲਨ ਦੇ ਕੋਈ ਨਿਬੇੜਾ ਨਹੀਂ ਹੁੰਦਾ। ਕਿਸਾਨ ਨੇਤਾ ਵੱਲੋਂ ਵੀ ਸਮੁੱਚੇ ਪੰਜਾਬੀਆਂ ਨੂੰ, ਜਥੇਬੰਦੀਆਂ ਨੂੰ, ਉਹਨਾਂ ਨੂੰ ਸਲੂਟ ਕੀਤਾ ਗਿਆ, ਸਲਾਮ ਕੀਤਾ ਗਿਆ, ਜਿਹੜੀਆਂ ਡਟ ਕੇ ਕਿਸਾਨ ਅੰਦੋਲਨ ਦੇ ਨਾਲ ਖੜੀਆਂ ਹੈ। ਇਸੇ ਲਈ ਉਹਨਾਂ ਨੇ ਕਿਹਾ ਕਿ ਅਸੀਂ ਜਿੱਤ ਕੇ ਘਰਾਂ ਮੁੜਾਂਗੇ। ਇਹਨਾਂ ਮੁੱਦਿਆਂ ਤੇ ਆਉਣ ਲਈ ਤੁਹਾਡੇ ਸਾਰਿਆਂ ਵੱਲੋਂ ਇੱਕ ਵਾਰ ਮੁੜ ਕੇ ਆਪਣੇ ਤਿੰਨਾਂ ਮਹਿਮਾਨਾਂ ਦਾ ਧੰਨਵਾਦੀ ਹਾਂ ਤੇ ਇਸ ਦੇ ਨਾਲ ਹੀ ਤੁਹਾਡੇ ਕੋਲੋਂ ਵੀ ਲਵਾਂਗਾ ਇਜਾਜ਼ਤ। ਸਤਿ ਸ੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।